ਸ਼ਲੋਕ ਮਹਿਲਾ ਪਹਿਲਾ। ਲੱਖ ਸਿਉ ਪ੍ਰੀਤ ਹੋਵੈ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ, ਵਿਛੁੜਿਆ ਵਿਸ਼ ਹੋਏ ਵਿਛੋੜਾ, ਏਕ ਘੜੀ ਮਹਿ ਜਾਏ। ਤਾਂ ਲੱਖ ਸਿਉ ਪ੍ਰੀਤ ਦਾ ਮਤਲਬ ਲੱਖਾਂ ਦੇ ਨਾਲ ਜੇ ਪਿਆਰ ਹੋਵੇ, ਲੱਖ ਜੀਵਨ ਦਾ ਮਤਲਬ ਲੱਖਾਂ ਵਰਿਆਂ ਦੀ ਜ਼ਿੰਦਗੀ ਹੋਵੇ ਬੜੀ ਲੰਮੀ। ਕਿਆ ਖੁਸ਼ੀਆਂ ਦਾ ਮਤਲਬ ਇੱਥੇ ਹੈਗਾ ਬਹੁਤ ਸਾਰੀਆਂ ਖੁਸ਼ੀਆਂ, ਮੌਜ ਬਹਾਰਾਂ। ਕਿਆ ਚਾਓ ਦਾ ਮਤਲਬ ਬਹੁਤ ਸਾਰੇ ਚਾਅ ਜੇਕਰ ਚੜੇ ਹੋਏ ਹੋਣ, ਖੁਸ਼ੀਆਂ ਤੇ ਚਾਅ ਚੜੇ ਹੋਣ। ਹੁਣ ਇਸ ਸ਼ਲੋਕ ਰਾਹੀਂ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਿ ਜੇਕਰ ਬਾਹਰੀ ਤੌਰ ਤੇ ਬਹੁਤ ਕੁਝ ਖਾਣ ਪੀਣ ਵਾਸਤੇ ਖੁਸ਼ੀ ਆਦਿਕ ਹੋਵੇ, ਪਰ ਜੇ ਅੰਦਰੋਂ ਸੋਚ ਦੇ ਨਾਲੋਂ ਸੱਚ ਵਿਛੜਿਆ ਹੋਇਆ ਹੈ ਜਾਂ ਸੱਚ ਨਾਲੋਂ ਸੋਚ ਟੁੱਟੀ ਹੈ, ਮਾਨਸਿਕਤਾ ਦੇ ਅੰਦਰ ਸੱਚ ਔਰ ਇਨਸਾਨੀਅਤ ਨਹੀਂ ਹੈ, ਤਾਂ ਇਹ ਬਾਹਰ ਦਾ ਜਿਹੜਾ ਸਾਰਾ ਕੁਝ ਖਿਲਾਰਾ ਹੈ, ਇਹ ਇਨਸਾਨ ਦੇ ਅੰਦਰ ਇਨਸਾਨੀਅਤ ਵੀ ਪੈਦਾ ਨਹੀਂ ਕਰੇਗਾ, ਅਸਲੀ ਖੁਸ਼ੀ ਵੀ ਪੈਦਾ ਨਹੀਂ ਕਰੇਗਾ ਔਰ ਆਤਮਿਕ ਮੌਤ ਤੋਂ ਨਹੀਂ ਬਚਾ ਸਕੇਗਾ। ਬੰਦਾ ਆਤਮਿਕ ਮੌਤ ਤੇ ਮਰ ਜਾਏਗਾ। ਤੇ ਇਹਨਾਂ ਪੰਕਤੀਆਂ ਦੇ ਔਰ ਇਸ ਸ਼ਲੋਕ ਦੇ ਦੋਵੇਂ ਪੱਖ ਲੈਣੇ ਨੇ, ਸਰੀਰਕ ਵੀ ਔਰ ਮਾਨਸਿਕ ਵੀ। ਕਿਉਂਕਿ ਸਰੀਰਕ ਤੌਰ ਤੇ ਵੀ ਜਿੰਨੇ ਵੀ ਪ੍ਰਾਪਰਟੀ, ਧਨ ਦੌਲਤ, ਖੁਸ਼ੀਆਂ ਨੇ, ਇੱਕ ਦਿਨ ਇਹ ਛੱਡਣੇ ਪੈਣੇ ਨੇ। ਤੇ ਜਦੋਂ ਬੰਦੇ ਦੇ ਕੋਲੋਂ ਇਹ ਵਿਛੁੜਦੇ ਨੇ ਨਾ, ਇਹਨਾਂ ਦਾ ਵਿਛੋੜਾ ਹੁੰਦਾ ਹੈ, ਭਾਵੇਂ ਜਿਉਂਦਿਆਂ ਭਾਵੇਂ ਮਰਨ ਲੱਗਿਆਂ, ਆਖਿਰ ਬੰਦੇ ਦੇ ਮਨ ਦੇ ਅੰਦਰ ਪਰੇਸ਼ਾਨੀ ਤਾਂ ਹੁੰਦੀ ਹੈ, ਸਾਰਾ ਕੁਝ ਵਿਛੁੜ ਰਿਹਾ ਹੈ ਤੇ ਇੱਕ ਦਿਨ ਇਹ ਸਾਰਾ ਛੁੱਟ ਜਾਣਾ ਹੁੰਦਾ ਹੈ। ਤਾਂ ਲੱਖ ਸਿਉ ਪ੍ਰੀਤ ਹੋਵੈ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ। ਲੱਖਾਂ ਬੰਦਿਆਂ ਨਾਲ ਪਿਆਰ ਹੋਵੇ, ਲੱਖਾਂ ਸਾਲਾਂ ਦੀ ਕਿਸੇ ਦੀ ਜੇ ਜ਼ਿੰਦਗੀ ਹੋ ਜਾਏ, ਭਾਵੇਂ ਕਿੰਨੀਆਂ ਖੁਸ਼ੀਆਂ ਔਰ ਕਿੰਨੇ ਵੀ ਚਾਅ ਜਿਹੜੇ ਨੇ ਬਾਹਰੀ ਤੌਰ ਤੇ ਹੋਣ, ਮੌਜ ਮਸਤੀ ਦੇ ਸਾਧਨ ਹੋਣ, ਵਿਛੁੜਿਆ ਵਿਸ਼ ਹੋਏ ਵਿਛੋੜਾ, ਏਕ ਘੜੀ ਮਹਿ ਜਾਏ। ਵਿਛੁੜਿਆਂ ਦਾ ਮਤਲਬ ਇਹਨਾਂ ਤੋਂ ਵਿਛੜਨ ਕਰਕੇ, ਵਿਸ਼ ਦਾ ਮਤਲਬ ਜ਼ਹਿਰ। ਤਾਂ ਇਹਦਾ ਇੱਕ ਅਰਥ ਕੀਤਾ ਹੈ ਵਿਦਵਾਨ ਪੁਰਸ਼ਾਂ ਨੇ ਕਿ ਮਰਨ ਵੇਲੇ ਜਦੋਂ ਬੰਦਾ ਇੱਕ ਘੜੀ ਵਿੱਚ ਹੀ ਉੱਠ ਕੇ ਤੁਰ ਪੈਂਦਾ ਹੈ, ਤਾਂ ਇਹਨਾਂ ਤੋਂ ਜੁਦਾਈ ਜਿਹੜੀ ਹੈ ਉਹ ਬਹੁਤ ਦੁਖਦਾਈ ਹੁੰਦੀ ਹੈ। ਕਿ ਜਦੋਂ ਬੰਦੇ ਦੀ ਮੌਤ ਆਉਂਦੀ ਹੈ ਔਰ ਬੰਦਾ ਇਸ ਬਾਰੇ ਸੋਚਦਾ ਕਿ ਮੈਂ ਮਰ ਜਾਣਾ ਹੈ ਤੇ ਇਹਨਾਂ ਮੇਰੀ ਪ੍ਰਾਪਰਟੀ ਦਾ ਕੀ ਬਣੇਗਾ, ਤਾਂ ਉਦੋਂ ਇਹਦੇ ਜੀਵਨ ਦੇ ਅੰਦਰ ਉਹ ਵਿਛੋੜਾ ਦੁਖਦਾਈ ਹੁੰਦਾ। ਇੱਕ ਤਾਂ ਅਰਥ ਇਹ ਹੈ। ਪਰ ਇਸ ਪਾਵਨ ਪੰਕਤੀ ਦਾ ਭਾਵ ਅਰਥ ਕੀ ਹੈ? ਵਿਛੁੜਿਆਂ ਦਾ ਮਤਲਬ ਜੇਕਰ ਸਾਡੇ ਕੋਲ ਬਾਹਰੀ ਤੌਰ ਤੇ ਪਾਤਸ਼ਾਹੀਆਂ ਹੋਣ, ਖੁਸ਼ੀਆਂ ਖੇੜੇ ਚਾਹ ਹੋਣ, ਪਰ ਵਿਛੁੜਿਆਂ ਜੇ ਬੰਦਾ ਅੰਦਰੋਂ ਵਿਛੁੜਿਆ ਹੋਇਆ ਹੈ ਰੱਬ ਨਾਲੋਂ, ਸੱਚ ਨਾਲੋਂ, ਗੁਣਾਂ ਨਾਲੋਂ, ਇਨਸਾਨੀਅਤ ਨਾਲੋਂ, ਵਿਸ਼ ਹੋਏ ਵਿਛੋੜਾ, ਤਾਂ ਜਿਹੜਾ ਇਹ ਅੰਦਰ ਦਾ ਵਿਛੋੜਾ ਹੈ ਨਾ, ਜੋ ਬੰਦੇ ਦੀ ਸੁਰਤ, ਜੋ ਬੰਦੇ ਦੀ ਸੋਚ ਸੱਚ ਦੇ ਨਾਲੋਂ ਟੁੱਟੀ ਹੋਈ ਹੈ, ਇਹ ਵਿਛੋੜਾ ਵਿਸ਼ ਬਣ ਜਾਂਦਾ ਹੈ, ਜ਼ਹਿਰ ਬਣ ਜਾਂਦਾ ਹੈ, ਆਤਮਿਕ ਮੌਤ ਦਾ ਕਾਰਨ ਬਣ ਜਾਂਦਾ ਹੈ। ਇੱਕ ਘੜੀ ਮਹਿ ਜਾਏ ਦਾ ਮਤਲਬ ਬੰਦਾ ਇੱਕ ਘੜੀ ਦੇ ਵਿੱਚ ਹੀ ਮਰ ਜਾਂਦਾ ਹੈ, ਚਲਾ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਯਾਨੀ ਬਾਹਰੀ ਤੌਰ ਤੇ ਜੇਕਰ ਲੱਖਾਂ ਲੋਕਾਂ ਦੇ ਨਾਲ ਪਿਆਰ ਵੀ ਹੋਵੇ, ਲੱਖਾਂ ਸਾਲਾਂ ਦਾ ਲੰਮਾ ਸਰੀਰਕ ਜੀਵਨ ਵੀ ਮਿਲ ਜਾਏ, ਲੱਖਾਂ ਖੁਸ਼ੀਆਂ ਔਰ ਚਾਅ ਦੇ ਸਾਡੇ ਕੋਲ ਸਾਧਨ ਵੀ ਹੋਣ, ਪਰ ਜੇ ਬੰਦਾ ਅੰਦਰੋਂ ਵਿਛੜਿਆ ਹੋਇਆ ਹੈ ਸੱਚ ਨਾਲੋਂ, ਰੱਬ ਨਾਲੋਂ, ਸ਼ੁਭ ਗੁਣਾਂ ਨਾਲੋਂ, ਤਾਂ ਅੰਦਰ ਦਾ ਇਹ ਵਿਛੋੜਾ ਜ਼ਹਿਰ ਬਣ ਜਾਂਦਾ ਹੈ, ਆਤਮਿਕ ਮੌਤ ਦਾ ਕਾਰਨ ਬਣ ਜਾਂਦਾ ਹੈ। ਇੱਕ ਘੜੀ ਮੈਂ ਜਾਏ ਦਾ ਮਤਲਬ ਬੰਦਾ ਇੱਕ ਘੜੀ ਦੇ ਵਿੱਚ ਹੀ ਚਲਾ ਜਾਂਦਾ ਹੈ, ਮਤਲਬ ਆਤਮਿਕ ਮੌਤ ਤੇ ਮਰ ਜਾਂਦਾ ਹੈ। ਹੁਣ ਇਸ ਗੱਲ ਨੂੰ ਥੋੜਾ ਸਮਝ ਲਓ। ਮੰਨ ਲਓ ਕਿ ਕਿਸੇ ਦਾ ਜੀਵਨ ਬੜਾ ਲੰਬਾ ਹੈ, ਉਹਦੇ ਕੋਲ ਧਨ ਦੌਲਤ ਹੈ, ਉਹ ਰਾਜਾ ਬਾਦਸ਼ਾਹ ਹੈ, ਪਰ ਮੰਨ ਲਓ ਕਰੈਕਟਰਲੈਸ ਹੋ ਗਿਆ ਤੇ ਜਦੋਂ ਉਹ ਆਚਰਨ ਤੋਂ ਗਿਰੇਗਾ ਅੰਦਰੋਂ, ਤਾਂ ਇਨਸਾਨੀਅਤ ਦੀ ਮੌਤ ਉਸੇ ਵੇਲੇ ਹੋ ਜਾਣੀ ਹੈ, ਅੰਦਰੋਂ ਆਤਮਿਕ ਮੌਤ ਤਾਂ ਹੋ ਜਾਣੀ ਹੈ। ਇਹ ਬਾਹਰ ਦਾ ਜਿਹੜਾ ਵਿਖਾਵਾ ਅਡੰਬਰ ਹੈ ਉਹ ਆਤਮਿਕ ਮੌਤ ਤੋਂ ਨਹੀਂ ਬਚਾ ਪਾਏਗਾ। ਤਾਂ ਇਹਦਾ ਮਤਲਬ ਅੰਦਰ ਦਾ ਜਿਹੜਾ ਵਿਛੋੜਾ ਹੈ ਸੱਚ ਨਾਲੋਂ, ਉਹ ਸਾਡੀ ਆਤਮਿਕ ਮੌਤ ਦਾ ਕਾਰਨ ਬਣ ਜਾਂਦਾ ਹੈ। ਜੇ 100 ਵਰਿਆਂ ਮਿੱਠਾ ਖਾਜੈ, ਭੀ ਫਿਰ ਕੌੜਾ ਖਾਏ। ਖਾਜੇ ਦਾ ਮਤਲਬ ਖਾਈਏ, ਕੌੜਾ ਦਾ ਮਤਲਬ ਮੌਤ ਦੇ ਵਿਛੋੜੇ ਦਾ ਦੁੱਖ। ਜੇ ਸੈਂਕੜੇ ਸਾਲ ਵੀ ਬੰਦਾ ਇਹ ਵਿਕਾਰਾਂ ਦੇ ਭੋਗ ਭੋਗਦਾ ਰਵੇ ਬਾਹਰੀ ਤੌਰ ਤੇ, ਭੀ ਫਿਰ ਕੌੜਾ ਖਾਏ, ਪਰ ਉਹ ਜਿਹੜਾ ਵਿਛੋੜਾ ਹੈ ਅੰਦਰ ਦਾ, ਉਹ ਕੁੜੱਤਨ ਤੈਨੂੰ ਫਿਰ ਵੀ ਖਾਣੀ ਪੈਂਦੀ ਹੈ, ਆਤਮਿਕ ਮੌਤ ਤੇ ਫਿਰ ਵੀ ਮਰਨਾ ਪੈਂਦਾ ਹੈ। ਪਹਿਲੀ ਗੱਲ। ਤੇ ਦੂਜੀ ਗੱਲ, ਜਿਹੜੇ ਸਰੀਰਕ ਪਦਾਰਥ ਨੇ, ਸੰਸਾਰਿਕ ਪਦਾਰਥ ਨੇ, ਇੱਕ ਦਿਨ ਕੌੜਾ ਘੁੱਟ ਭਰਨਾ ਹੀ ਪੈਣਾ ਹੈ, ਛੱਡਣੇ ਹੀ ਪੈਣੇ ਨੇ, ਇਹਨਾਂ ਨੇ ਨਾਲ ਨਹੀਂ ਜਾਣਾ। ਸਰੀਰਕ ਤੌਰ ਤੇ ਵੀ ਵਿਛੋੜਾ ਹੋਣਾ ਹੀ ਹੈ, ਪਰ ਅਸਲ ਜਿਹੜਾ ਇਸ ਪੰਕਤੀ ਦਾ ਭਾਵ ਅਰਥ ਹੈ, ਜੇ 100 ਵਰਿਆਂ ਮਿੱਠਾ ਖਾਜੈ, ਜੇ ਸੈਂਕੜੇ ਵਰੇ ਵੀ ਬੰਦਾ ਇਹ ਵਿਕਾਰਾਂ ਦੇ ਰਸ ਮਾਣੇ,
ਬਾਹਰੀ ਤੌਰ ਤੇ ਇਹਦੇ ਕੋਲ ਖੁਸ਼ੀਆਂ ਖੇੜੇ ਹੋਣ, ਪੀ ਫਿਰ ਕੌੜਾ ਖਾਏ, ਪਰ ਇਹਨੂੰ ਫਿਰ ਆਤਮਿਕ ਮੌਤ ਦਾ ਕੌੜਾ ਘੁੱਟ ਭਰਨਾ ਪੈਣਾ, ਇਹਨੂੰ ਆਤਮਿਕ ਮੌਤ ਤੇ ਮਰਨਾ ਪੈਣਾ। ਜੇਕਰ ਇਹ ਸੱਚ ਦੇ ਨਾਲੋਂ ਟੁੱਟਿਆ ਹੋਇਆ ਹੈ, ਫਿਰ ਵੀ ਇਹਦੀ ਆਤਮਿਕ ਮੌਤ ਹੋ ਜਾਏਗੀ। ਮਿੱਠਾ ਖਾਧਾ ਚਿੱਤ ਨ ਆਵੇ, ਕੌੜਤਨ ਧਾਏ ਜਾਏ। ਧਾਏ ਜਾਏ ਦਾ ਮਤਲਬ ਡੂੰਘਾ ਅਸਰ ਕਰਦੀ ਹੈ। ਕੌੜਤਨ ਦਾ ਮਤਲਬ ਕੁੜੱਤਨ, ਵਿਛੋੜੇ ਦੀ ਕੁੜੱਤਨ। ਚੇਤ ਨਾ ਆਵੇ ਦਾ ਮਤਲਬ ਚੇਤੇ ਨਹੀਂ ਰਹਿੰਦਾ। ਮਿੱਠਾ ਖਾਧਾ ਚੇਤ ਨਾ ਆਵੇ, ਜਿਹੜੇ ਰਸ ਆਨੰਦ ਮਾਣੇ ਹੁੰਦੇ ਨੇ, ਮੌਜ ਬਹਾਰਾਂ, ਉਹ ਤਾਂ ਚੇਤੇ ਨਹੀਂ ਰਹਿੰਦੀਆਂ। ਤੇ ਜਦੋਂ ਬੰਦਾ ਦੁਖੀ ਹੁੰਦਾ ਹੈ, ਫਿਰ ਉਹ ਦੁੱਖ ਲੰਬਾ ਅਸਰ ਕਰਦਾ ਹੈ ਜੀਵਨ ਦੇ ਅੰਦਰ। ਜੇ ਕੋਈ ਮਾੜਾ ਕੰਮ ਕਰ ਬੈਠਾ ਨਾ ਬੰਦਾ, ਤਾਂ ਫਿਰ ਪਛਤਾਵਾ ਸਾਰੀ ਜ਼ਿੰਦਗੀ ਰਹਿੰਦਾ ਹੈ। ਉਸ ਪਛਤਾਵੇ ਤੋਂ ਫਿਰ ਬਚਣਾ ਬਹੁਤ ਔਖਾ ਹੋ ਜਾਂਦਾ ਹੈ। ਔਰ ਦੂਜੇ ਤਾਂ ਸਰੀਰਕ ਤੌਰ ਤੇ ਵੀ ਜੇ ਅਸੀਂ ਲਈਏ, ਤਾਂ ਸਰੀਰਕ ਤੌਰ ਤੇ ਵੀ ਜਿਹੜੇ ਸਾਡੇ ਕੋਲ ਪਦਾਰਥ ਆਦਿਕ ਨੇ, ਇਹ ਤਾਂ ਫਿਰ ਭੁੱਲ ਜਾਂਦੇ ਨੇ ਇਹਨਾਂ ਦੇ ਸੁੱਖ। ਤੇ ਕੁੜੱਤਨ ਜਿਹੜੀ ਹੈ ਉਹ ਡੂੰਘਾ ਅਸਰ ਕਰਦੀ ਹੈ ਜਦੋਂ ਇਹਨਾਂ ਨੂੰ ਛੱਡਣਾ ਪੈਂਦਾ ਹੈ। ਤਾਂ ਖੈਰ ਅਸੀਂ ਭਾਵ ਅਰਥ ਲੈਣਾ ਹੈ ਕਿ ਮਿੱਠਾ ਖਾਧਾ ਚੇਤ ਨਾ ਆਵੇ, ਜਿਹੜੇ ਵਿਸ਼ੇ ਵਿਕਾਰ ਕਮਾਏ ਨੇ ਉਹ ਤੇ ਫਿਰ ਚੇਤੇ ਨਹੀਂ ਰਹਿੰਦੇ, ਪਰ ਉਹਨਾਂ ਵਿਕਾਰਾਂ ਤੋਂ ਉਪਜਿਆ ਹੋਇਆ ਜਿਹੜਾ ਦੁੱਖ ਹੈ, ਧਾਏ ਜਾਏ ਦਾ ਮਤਲਬ ਉਹ ਡੂੰਘਾ ਅਸਰ ਕਰਦਾ ਹੈ। ਜਿਵੇਂ ਕਿਸੇ ਬੰਦੇ ਨੇ ਚੋਰੀ ਕਰ ਲਈ, ਚੋਰੀ ਕਰਕੇ ਖੁਸ਼ੀ ਹੋਈ ਉਹਨੂੰ, ਕੋਈ 4 ਪੈਸੇ ਮਿਲ ਗਏ, ਲੇਕਿਨ ਜੇਲ੍ਹ ਦੇ ਵਿੱਚ ਚਲਾ ਗਿਆ, 10 ਸਾਲ ਦੀ ਸਜ਼ਾ ਹੋ ਗਈ। ਹੁਣ ਚੋਰੀ ਦਾ ਥੋੜਾ ਜਿਹਾ ਸੁੱਖ ਤੇ ਭੁੱਲ ਜਾਂਦਾ, ਪਰ ਜੇਲ੍ਹ ਦੀ ਸਜ਼ਾ। ਤਾਂ ਇਸੇ ਤਰ੍ਹਾਂ ਜਦੋਂ ਬੰਦਾ ਕੋਈ ਆਂਤਰਿਕ ਤੌਰ ਤੇ ਮਾੜਾ ਕਰਮ ਕਰਦਾ ਹੈ ਨਾ, ਮਾੜਾ ਕੰਮ, ਤਾਂ ਉਹਦੇ ਅੰਦਰ ਫਿਰ ਇੱਕ ਅਫਸੋਸ, ਇੱਕ ਪਛਤਾਵਾ ਜਿਹੜਾ ਪੈਦਾ ਹੁੰਦਾ ਹੈ, ਉਹਦਾ ਬਹੁਤ ਗਹਿਰਾ ਦੁੱਖ ਹੈ। ਉਸ ਦੁੱਖ ਨੂੰ ਭੁਲਾਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਬਾਹਰੀ ਜਿਹੜੇ ਸੁੱਖ ਨੇ ਉਹ ਮੌਜ ਬਹਾਰਾਂ ਖਤਮ ਹੋ ਜਾਂਦੀਆਂ ਨੇ। ਅਗਲਾ ਬਚਨ ਕਰਦੇ ਨੇ, ਮਿੱਠਾ ਕੌੜਾ ਦੋਵੇਂ ਰੋਗ। ਇਹ ਮਿੱਠਾ ਵੀ ਔਰ ਕੌੜਾ ਵੀ ਦੋਵੇਂ ਹੀ ਰੋਗ ਨੇ। ਕਿਵੇਂ ਨੇ? ਮਿੱਠਾ ਦਾ ਮਤਲਬ ਜੋ ਅਸੀਂ ਵਿਸ਼ੇ ਵਿਕਾਰ ਕਮਾ ਰਹੇ ਹਾਂ, ਇਹ ਤਾਂ ਰੋਗ ਹੈ ਹੀ ਹੈ। ਤੇ ਵਿਛੋੜੇ ਦਾ ਮਤਲਬ ਜਿਹੜਾ ਅਸੀਂ ਰੱਬ ਦੇ ਨਾਲੋਂ ਵਿਛੜੇ ਹੋਏ ਹਾਂ, ਉਹ ਵੀ। ਯਾਨੀ ਸੰਸਾਰਿਕ ਪਦਾਰਥਾਂ ਨੂੰ, ਵਿਸ਼ੇ ਵਿਕਾਰਾਂ ਨੂੰ ਮਿੱਠਾ ਮੰਨਣਾ, ਇਹ ਵੀ ਜੀਵਨ ਦੇ ਅੰਦਰ ਰੋਗ ਪੈਦਾ ਕਰ ਰਿਹਾ ਹੈ। ਉਧਰੋਂ ਸੱਚ ਦੇ ਨਾਲੋਂ ਥੋੜੇ ਟੁੱਟੇ ਰਹਿਣਾ, ਉਹ ਵੀ ਰੋਗ ਹੈ, ਉਹ ਵੀ ਰੋਗ ਪੈਦਾ ਕਰੇਗਾ। ਤਾਂ ਪ੍ਰਭੂ ਦੇ ਨਾਲੋਂ ਵਿਛੋੜਾ ਔਰ ਜਿਹੜੇ ਵਿਸ਼ੇ ਵਿਕਾਰਾਂ ਦੀ ਮਿਠਾਸ ਨੂੰ ਮੰਨਣਾ, ਇਹ ਦੋਵੇਂ ਹੀ ਗੱਲਾਂ ਰੋਗ ਪੈਦਾ ਕਰਦੀਆਂ ਨੇ ਜ਼ਿੰਦਗੀ ਵਿੱਚ। ਨਾਨਕ ਅੰਤ ਵਿਗੁੱਤੇ ਭੋਗ। ਵਿਗੁੱਤੇ ਦਾ ਮਤਲਬ ਖੁਆਰ ਹੋਏ, ਭੋਗ ਦਾ ਮਤਲਬ ਭੋਗਾਂ ਦੇ ਕਾਰਨ। ਕਿਉਂਕਿ ਭੋਗਾਂ ਦੇ ਕਾਰਨ ਆਖਰ ਬੰਦੇ ਖੁਆਰ ਹੁੰਦੇ ਨੇ, ਜੋ ਵਿਸ਼ੇ ਵਿਕਾਰਾਂ ਵਿੱਚ ਪੈ ਰਹਿੰਦੇ ਨੇ ਨਾ, ਆਖਰ ਜ਼ਿੰਦਗੀ ਦੇ ਅੰਦਰ ਖੁਆਰ ਹੁੰਦੇ ਨੇ। ਉਹ ਆਤਮਿਕ ਜੀਵਨ ਵਿੱਚ ਕਾਮਯਾਬ ਨਹੀਂ ਹੁੰਦੇ, ਉਹਨਾਂ ਦੇ ਅੰਦਰ ਕਦੇ ਇਨਸਾਨੀਅਤ ਪੈਦਾ ਨਹੀਂ ਹੁੰਦੀ, ਆਪ ਵੀ ਖੁਆਰ ਹੁੰਦੇ ਨੇ ਔਰ ਸੰਸਾਰ ਦੀ ਖੁਆਰੀ ਦਾ ਵੀ ਕਾਰਨ ਬਣਦੇ ਨੇ। ਝੱਖ ਝੱਖ ਝਖਣਾ, ਝਗੜਾ ਝਾਖ। ਝੱਖ ਝੱਖ ਝਖਣਾ ਦਾ ਮਤਲਬ ਮੁੜ ਮੁੜ ਕੇ ਝਖਾਂ ਮਾਰਨੀਆਂ। ਮੁੜ ਮੁੜ ਕੇ ਝਖਾਂ ਮਾਰਨ ਦਾ ਮਤਲਬ ਮੁੜ ਮੁੜ ਕੇ ਵਿਸ਼ੇ ਵਿਕਾਰ ਕਮਾਣੇ, ਝੂਠ ਫਰੇਬ ਆਦਿ। ਝਗੜਾ ਦਾ ਮਤਲਬ ਇੱਕ ਲੰਮਾ ਗੇੜ। ਤਾਂ ਗੁਰੂ ਜੀ ਕਹਿੰਦੇ ਨੇ ਝਖਣਾ ਝਾਖ, ਝਖਾਂ ਮਾਰਨ ਦਾ ਇੱਕ ਲੰਮਾ ਗੇੜ, ਵਿਸ਼ੇ ਵਿਕਾਰ ਕਮਾਉਣ ਦਾ ਇੱਕ ਲੰਮਾ ਗੇੜ ਸ਼ੁਰੂ ਹੋ ਜਾਂਦਾ ਹੈ। ਨਿਤ ਨਿਤ ਵਿਸ਼ੇ ਭੋਗਣ ਦੇ ਨਾਲ ਵਿਸ਼ੇ ਭੋਗਣ ਦਾ ਇੱਕ ਲੰਮਾ ਚਸਕਾ ਪੈਦਾ ਹੋ ਜਾਂਦਾ ਹੈ। ਔਰ ਜਿਨ੍ਹਾਂ ਨੂੰ ਇਹ ਚਸਕਾ ਪੈ ਜਾਏ ਨਾ, ਉਹਨਾਂ ਵਾਸਤੇ ਛੱਡਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਆਪਣੀ ਜ਼ਿੰਦਗੀ ਵੱਲ ਦੇਖੋ, ਇੱਕ ਛੋਟੀ ਜੀ ਆਦਤ ਨੂੰ ਜੇ ਅਸੀਂ ਬਦਲਣਾ ਹੋਏ ਤੇ ਕਿੰਨਾ ਔਖਾ ਹੈ। ਸਾਡੇ ਅੰਦਰ ਖਿਝ ਹੈ, ਅਸੀਂ ਛੋਟੀ ਛੋਟੀ ਗੱਲ ਤੋਂ ਖਿਝ ਜਾਂਦੇ ਹਾਂ। ਸਾਨੂੰ ਆਪ ਪਤਾ ਹੈ ਕਿ ਇਹ ਖਿਝਣਾ ਨਹੀਂ ਚਾਹੀਦਾ, ਪਰ ਇਸ ਆਦਤ ਨੂੰ ਛੱਡਣਾ ਕਿੰਨਾ ਔਖਾ ਹੈ। ਪੇਸ਼ੈਂਸ ਰੱਖੀਏ, ਅਸੀਂ ਕਿਸੇ ਦੀ ਗੱਲ ਨੂੰ ਧਿਆਨ ਨਾਲ ਸੁਣ ਲਈਏ, ਅਸੀਂ ਇਹ ਚਾਹੁੰਦੇ ਹਾਂ, ਪਰ ਪੇਸ਼ੈਂਸ ਰੱਖਣਾ ਕਿੰਨਾ ਔਖਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਵਿਸ਼ੇ ਵਿਕਾਰਾਂ ਦਾ ਇੱਕ ਲੰਮਾ ਗੇੜ ਬਣ ਜਾਂਦਾ ਹੈ ਔਰ ਇਸ ਚਸਕੇ ਤੋਂ ਫਿਰ ਛੁੱਟਣਾ ਔਖਾ ਹੋ ਜਾਂਦਾ ਹੈ। ਝੱਖ ਝੱਖ ਜਾਹੇ ਚਖੈ ਤਿਨ ਪਾਸ। ਤਾਂ ਝੱਖ ਝੱਖ ਜਾਹੇ ਦਾ ਮਤਲਬ ਝਖਾਂ ਮਾਰ ਮਾਰ ਕੇ, ਵਿਸ਼ੇ ਭੋਗ ਭੋਗ ਕੇ। ਜਾਹੇ ਦਾ ਮਤਲਬ ਚਲੇ ਜਾਂਦੇ ਨੇ, ਭਾਵ ਆਤਮਿਕ ਮੌਤੇ ਮਰ ਜਾਂਦੇ ਨੇ। ਚਖੈ ਤਿਨ ਪਾਸ। ਝਖੈ ਤਿਨ ਪਾਸ ਦਾ ਮਤਲਬ, ਝਖੈ ਦਾ ਮਤਲਬ ਟੱਕਰਾਂ ਮਾਰਦੇ ਨੇ, ਵਾਸ਼ਨਾ ਦੇ ਨਾਲ ਬੱਧੇ ਰਹਿੰਦੇ ਨੇ। ਵਿਸ਼ੇ ਭੋਗ ਭੋਗ ਕੇ ਲੋਕ ਆਤਮਿਕ ਮੌਤੇ ਮਰ ਜਾਂਦੇ ਨੇ, ਪਰ ਫਿਰ ਵੀ ਉਹਨਾਂ ਵਿਸ਼ਿਆਂ ਦੇ ਬੱਝੇ ਹੋਏ, ਉਹਨਾਂ ਵਿਸ਼ਿਆਂ ਵਿੱਚ ਹੀ ਟੱਕਰਾਂ ਮਾਰਦੇ ਰਹਿੰਦੇ ਨੇ। ਵਿਸ਼ੇ ਭੋਗ ਭੋਗ ਕੇ ਬੰਦੇ ਆਤਮਿਕ ਮੌਤੇ ਮਰ ਜਾਂਦੇ ਨੇ, ਲੇਕਿਨ ਉਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਝਖਾਂ ਮਾਰਦੇ ਨੇ, ਉੱਥੇ ਹੀ ਟੱਕਰਾਂ ਮਾਰਦੇ ਨੇ, ਛੱਡਦੇ ਨਹੀਂ।
ਹੁਣ ਇਹਨਾਂ ਗੱਲਾਂ ਨੂੰ ਥੋੜਾ ਜਿਹਾ ਸਮਾਜ ਵੱਲ ਵੇਖ ਕੇ ਪਰਖੋ। ਘਰਾਂ ਦੇ ਵਿੱਚ ਨਿੱਕੇ ਮੋਟੇ ਕਲੇਸ਼ ਨੇ ਨਾ, ਚਾਹੇ ਉਹ ਪਤੀ ਪਤਨੀ ਦਾ ਹੈ, ਨੂੰਹ ਸੱਸ ਦਾ, ਭੈਣ ਭਰਾਵਾਂ ਦਾ, ਕਿਸੇ ਦਾ ਵੀ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਝਗੜੇ ਕਰ ਕਰਕੇ ਘਰ ਤੋੜ ਲੈਣੇ, ਲੇਕਿਨ ਉਹ ਆਦਤਾਂ ਨਹੀਂ ਬਦਲਦੀਆਂ, ਉਹਨਾਂ ਆਦਤਾਂ ਦੇ ਵਿੱਚ ਫਿਰ ਫਸੇ ਹੋਏ। ਸ਼ਰਾਬ ਪੀ ਪੀ ਕੇ ਲੋਕਾਂ ਨੇ ਆਪਣੀਆਂ ਕਿਡਨੀਆਂ ਗਵਾ ਲਈਆਂ ਨੇ, ਲੇਕਿਨ ਸ਼ਰਾਬ ਨੂੰ ਛੱਡਣਾ ਨਹੀਂ ਚਾਹੁੰਦੇ। ਚੁਗਲੀਆਂ ਕਰ ਕਰਕੇ ਆਪਣੀ ਜ਼ਿੰਦਗੀ ਖਰਾਬ ਕਰ ਲਈਏ, ਲੇਕਿਨ ਇਹ ਆਦਤ ਨਹੀਂ ਛੱਡਦੇ ਪਏ। ਤਾਂ ਗੁਰੂ ਜੀ ਕਹਿੰਦੇ ਨੇ, ਝਖਾਂ ਮਾਰ ਮਾਰ ਕੇ, ਵਿਸ਼ੇ ਵਿਕਾਰ ਕਮਾ ਕਮਾ ਕੇ ਲੋਕ ਆਤਮਿਕ ਮੌਤੇ ਮਰ ਜਾਂਦੇ ਨੇ, ਪਰ ਫਿਰ ਵੀ ਉੱਥੇ ਹੀ ਟੱਕਰਾਂ ਮਾਰਦੇ ਰਹਿੰਦੇ ਨੇ, ਉੱਥੇ ਹੀ ਚੱਖਦੇ ਰਹਿੰਦੇ ਨੇ। ਮਹਿਲਾ ਪਹਿਲਾ, ਕਾਪੜ ਕਾਠ ਰੰਗਾਇਆ ਰਾਂਗ। ਕਾਪੜ ਦਾ ਮਤਲਬ ਕੱਪੜਾ, ਕਾਠ ਦਾ ਮਤਲਬ ਲੱਕੜ ਦਾ ਸਮਾਨ। ਕਾਪੜ ਕਾਠ ਦਾ ਮਤਲਬ ਕੱਪੜੇ ਔਰ ਲੱਕੜ ਦਾ ਸਮਾਨ ਰੰਗ ਦੇ ਨਾਲ ਰੰਗਾ ਲਿਆ। ਰੰਗਾਇਆ ਰੰਗ ਦਾ ਮਤਲਬ ਰੰਗ ਦੇ ਨਾਲ ਰੰਗਾ ਲਿਆ। ਕੱਪੜੇ ਔਰ ਲੱਕੜਾਂ ਦਾ ਸਮਾਨ ਕਿਹੜਾ? ਜਿਵੇਂ ਆਪਣੇ ਘਰਾਂ ਦੇ ਪਰਦੇ ਨੇ ਔਰ ਕੁਰਸੀਆਂ ਮੇਜ਼ ਆਦਿਕ ਨੇ, ਫਰਨੀਚਰ ਵਗੈਰਾ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਰੰਗਾਂ ਦੇ ਨਾਲ ਰੰਗਾ ਲਿਆ, ਬੜੇ ਸੋਹਣੇ ਇਹ ਬਣਾ ਲਏ। ਪਲੰਗ ਪੀੜੇ, ਕੁਰਸੀਆਂ ਮੇਜ਼, ਫਰਨੀਚਰ, ਘਰਾਂ ਦੇ ਪਰਦੇ, ਘਰਾਂ ਦੇ ਕੱਪੜੇ। ਘਰ ਗੱਚ ਕੀਤੇ ਬਾਗੇ ਬਾਗ। ਗੱਚ ਦਾ ਮਤਲਬ ਚੂਨਾ, ਬਾਗੇ ਬਾਗ ਦਾ ਮਤਲਬ ਬੱਗੇ ਹੀ ਬੱਗੇ, ਚਿੱਟੇ। ਘਰਾਂ ਨੂੰ ਚੂਨੇ ਨਾਲ ਗੱਚ ਕਰਕੇ ਚਿੱਟੇ ਚਿੱਟੇ ਬਣਾ ਲਿਆ, ਯਾਨੀ ਚੂਨੇ ਦੇ ਨਾਲ ਚਿਣਾਈ ਕਰਕੇ ਔਰ ਚਿੱਟਾ ਰੰਗ ਰੋਗਨ ਕਰ ਲਿਆ, ਘਰ ਸਜਾ ਲਿਆ। ਸਾਧ ਸਹਿਜ ਕਰ ਮਨ ਖਿਲਾਇਆ। ਸਾਧ ਦਾ ਮਤਲਬ ਸਵਾਦ, ਸਹਿਜ ਦਾ ਮਤਲਬ ਇੱਥੇ ਹੈ ਸੁਖ, ਸਾਧ ਕਰ ਦਾ ਮਤਲਬ ਸਵਾਦਾਂ ਨਾਲ, ਖਿਲਾਇਆ ਦਾ ਮਤਲਬ ਖਿਡਾਇਆ, ਪਰਚਾਇਆ। ਤੇ ਐਸੇ ਸਵਾਦਾਂ ਔਰ ਸੁੱਖਾਂ ਦੇ ਨਾਲ ਮਨ ਨੂੰ ਪਰਚਾਉਂਦਾ ਰਿਹਾ, ਮਨ ਨੂੰ ਇਹਨਾਂ ਖੇਡਾਂ ਦੇ ਵਿੱਚ ਲਾਈ ਰੱਖਿਆ ਕਿ ਬੜੇ ਸੋਹਣੇ ਪਰਦੇ ਨੇ, ਬੜਾ ਸੋਹਣਾ ਫਰਨੀਚਰ ਹੈ, ਬੜਾ ਸੋਹਣਾ ਮਕਾਨ ਹੈ। ਤੇ ਸੱਚ ਦੇ ਨਾਲ ਨਹੀਂ ਜੁੜਿਆ, ਕਿਰਤ ਚੰਗੀ ਨਹੀਂ ਕੀਤੀ, 2 ਨੰਬਰ ਦੇ ਧੰਦੇ ਕਰਕੇ ਮਕਾਨ ਬਣਾ ਲਏ, ਮਾੜੇ ਕਰਮ ਕਰਕੇ ਮਕਾਨ ਬਣਾ ਲਏ, ਜਾਂ ਮਕਾਨ ਚੰਗੇ ਬਣਾ ਲਏ, ਰੰਗ ਰੋਗਨ ਕਰ ਲਿਆ, ਪਰਦੇ ਰੰਗਾ ਲਏ, ਫਰਨੀਚਰ ਚੰਗਾ ਲੈ ਆਂਦਾ, ਪਰ ਸੋਚ ਮਾੜੀ ਹੈ, ਬਿਹੇਵੀਅਰ ਮਾੜਾ ਹੈ। ਤੈ ਸਹਿ ਪਾਸੋਂ ਕਹਿਣ ਕਹਾਇਆ। ਪਾਸੋਂ ਦਾ ਮਤਲਬ ਕੋਲੋਂ, ਤੇ ਕਹਿਣ ਦਾ ਮਤਲਬ ਹੈਗਾ ਇੱਥੇ ਉਲਾਮਾ। ਕਹਾਇਆ ਦਾ ਮਤਲਬ ਅਖਵਾਇਆ, ਉਲਾਮਾ ਲਿਆ। ਪਰ ਇਹਨਾਂ ਕੰਮਾਂ ਨਾਲ ਤੇਰੇ ਪਾਸੋਂ ਉਲਾਮਾ ਲਿਆ, ਰੱਬ ਵੱਲੋਂ ਤਾਂ ਉਲਾਮਾ ਹੀ ਰਿਹਾ। ਮੰਨ ਲਓ ਤੁਸੀਂ ਕੋਈ ਵਿਆਹ ਸ਼ਾਦੀ ਕੀਤੀ, ਲੇਕਿਨ ਉਸ ਵਿਆਹ ਸ਼ਾਦੀ ਵਿੱਚ ਕਿਸੇ ਆਪਣੇ ਸੱਜਣ ਮਿੱਤਰ ਨੂੰ ਨਹੀਂ ਬੁਲਾਇਆ, ਕਿਸੇ ਕਾਰਨ ਭੁੱਲ ਗਏ। ਬੇਸ਼ੱਕ ਤੁਸੀਂ ਗਲਤੀ ਨਾਲ ਹੀ ਭੁੱਲ ਗਏ, ਪਰ ਉਹਦਾ ਤਾਂ ਉਲਾਮਾ ਸਾਰੀ ਜ਼ਿੰਦਗੀ ਰਹਿਣਾ ਨਾ, ਯਾਰ ਤੂੰ ਮੈਨੂੰ ਵਿਆਹ ਤੇ ਨਹੀਂ ਸੀ ਬੁਲਾਇਆ। ਮਤਲਬ ਇਹ ਮਿਸਾਲ ਦੇ ਰਿਹਾ ਵਾਂ, ਉਲਾਮਾ ਰਿਹਾ ਨਾ ਵੀ ਤੂੰ ਇਹ ਕੰਮ ਤੇ ਕੀਤਾ ਹੀ ਨਹੀਂ, ਇਹ ਕੰਮ ਤੇ ਤੂੰ ਕੀਤਾ ਹੀ ਨਹੀਂ, ਉਲਾਮਾ ਬਣਿਆ ਰਿਹਾ ਨਾ। ਤਾਂ ਬੇਸ਼ੱਕ ਤੁਸੀਂ ਬਹੁਤ ਚੰਗਾ ਸਾਰਾ ਕੁਝ ਕਰ ਲਿਆ, ਪਰ ਰੱਬ ਵੱਲੋਂ ਤੇ ਉਲਾਮਾ ਹੀ ਰਿਹਾ ਵੀ ਸੱਜਣਾ, ਰੱਬੀ ਹੁਕਮ ਦੇ ਵਿੱਚ ਤੇ ਤੂੰ ਤੁਰਿਆ ਹੀ ਨਹੀਂ, ਰੱਬੀ ਗੁਨਾਹ ਦੇ ਵਾਲਾ ਤੇ ਜ਼ਿੰਦਗੀ ਜੀਵੀ ਨਹੀਂ। ਘਰ ਮਕਾਨ ਦਾ ਉਲਾਮਾ ਨਹੀਂ ਹੈ, ਘਰ ਬਣਾ ਲਿਆ, ਚੰਗਾ ਕੀਤਾ, ਕੱਪੜੇ ਰੰਗ ਲਏ, ਫਰਸ਼ ਰੰਗ ਲਏ, ਚੰਗੇ ਬਣਾ ਲਏ, ਇਹਦਾ ਉਲਾਮਾ ਨਹੀਂ ਹੈ। ਉਲਾਮਾ ਇਹ ਹੈ ਕਿ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਤੂੰ ਸੱਚ ਦੇ ਨਾਲ ਨਹੀਂ ਜੁੜਿਆ। ਉਲਾਮਾ ਇਹ ਰਿਹਾ ਸਿਰ ਤੇ, ਪਛਤਾਵਾ ਇਹ ਸਿਰ ਦੇ ਉੱਤੇ ਰਿਹਾ ਵੀ ਤੂੰ ਇਨਸਾਨ ਹੁੰਦਾ ਹੋਇਆ ਵੀ ਇਨਸਾਨੀਅਤ ਵਾਲੀ ਜ਼ਿੰਦਗੀ ਨਹੀਂ ਜੀ। ਤਾਂ ਰੱਬ ਵੱਲੋਂ ਉਲਾਮਾ ਲਿਆ, ਮਤਲਬ ਕਿ ਸੱਚਾ ਜੀਵਨ ਨਾ ਜੀਵਿਆ, ਤਾਂ ਜ਼ਿੰਦਗੀ ਦੇ ਅੰਦਰ ਇੱਕ ਪਛਤਾਵਾ ਔਰ ਉਲਾਮਾ ਰਹਿ ਗਿਆ। ਮਿੱਠਾ ਕਰਕੇ ਕੌੜਾ ਖਾਇਆ। ਕੌੜੇ ਨੂੰ ਮਿੱਠਾ ਸਮਝ ਕੇ ਭੋਗਦਾ ਰਿਹਾ। ਕੌੜਾ ਦਾ ਮਤਲਬ ਉਹ ਵਿਸ਼ੇ ਭੋਗ ਜਿਹੜੇ ਅੰਤ ਨੂੰ ਦੁਖਦਾਈ ਹੋਣ, ਜਿਨ੍ਹਾਂ ਦਾ ਫਲ ਦੁਖਦਾਈ ਹੋਵੇ। ਨਿੰਦਾ, ਚੁਗਲੀ, ਝੂਠ, ਫਰੇਬ, ਜਾਂ ਆਚਰਨਹੀਨ ਹੋ ਜਾਣਾ, ਜਾਂ ਠੱਗੀਆਂ ਫੇਰੀਆਂ ਮਾਰਨੀਆਂ, ਇਹਨਾਂ ਦਾ ਫਲ ਆਖਰ ਕੌੜਾ ਹੀ ਹੈ ਨਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਵਿਸ਼ੇ ਵਿਕਾਰ ਜਿਹੜੇ ਆਖਰ ਨੂੰ ਕੌੜੇ ਔਰ ਦੁਖਦਾਈ ਹੁੰਦੇ ਨੇ, ਜਿਹੜੇ ਆਤਮਿਕ ਮੌਤ ਦਾ ਕਾਰਨ ਬਣਦੇ ਨੇ, ਉਹਨਾਂ ਨੂੰ ਮਿੱਠਾ ਸਮਝ ਕੇ, ਸਵਾਦਲੇ ਸਮਝ ਕੇ ਤੇ ਖਾਂਦਾ ਰਿਹਾ। ਮਿੱਠਾ ਕਰਕੇ ਕੌੜਾ ਖਾਇਆ, ਮਿੱਠਾ ਸਮਝ ਕੇ, ਸਵਾਦਲੇ ਸਮਝ ਕੇ ਆਤਮਿਕ ਮੌਤ ਲਿਆਉਣ ਵਾਲੀ ਜ਼ਹਿਰ ਨੂੰ ਖਾਂਦਾ ਰਿਹਾ। ਤੇ ਉਹਦਾ ਰਿਜ਼ਲਟ ਕੀ ਨਿਕਲਿਆ ਜੀ? 3 ਕੌੜੇ ਤਨ ਰੋਗ ਜਮਾਇਆ। 3 ਦਾ ਮਤਲਬ ਉਸਨੇ, 3 ਕੌੜੇ ਦਾ ਮਤਲਬ ਉਸ ਵਿਸ਼ੇ ਨੇ, ਭੋਗ ਨੇ, ਦੁਖਦਾਈ ਚਸਕੇ ਨੇ। ਉਸ ਵਿਸ਼ੇ ਭੋਗ ਤੇ ਦੁਖਦਾਈ ਚਸਕੇ ਨੇ ਸਰੀਰ ਦੇ ਅੰਦਰ ਰੋਗ ਪੈਦਾ ਕਰ ਦਿੱਤਾ। ਸਰੀਰ ਦੇ ਅੰਦਰ ਰੋਗ ਕਿਹੜਾ? ਅੱਖਾਂ ਮਾੜਾ ਵੇਖਣ ਲੱਗ ਗਈਆਂ, ਜ਼ਬਾਨ ਮਾੜਾ ਬੋਲਣ ਲੱਗ ਗਈ,
ਹੱਥ ਮਾੜੇ ਕਰਮ ਕਰਨ ਲੱਗ ਗਿਆ ਔਰ ਬਾਕੀ ਸਰੀਰਕ ਰੋਗ ਵੀ ਪੈਦਾ ਹੋ ਗਏ। ਪਰ ਹੁਣ ਗੁਰੂ ਜੀ ਕਹਿੰਦੇ ਨੇ ਜੇ ਫਿਰ ਮਿੱਠਾ ਪੇੜੈ ਪਾਏ, ਮਿੱਠਾ ਦਾ ਮਤਲਬ ਜੋ ਆਤਮਿਕ ਜੀਵਨ ਦੇਣ ਵਾਲੇ ਗੁਣ ਨੇ, ਪ੍ਰਭੂ ਦੀ ਸਿਫਤ ਸਲਾਹ। ਪੇੜੈ ਪਾਏ ਦਾ ਮਤਲਬ ਪੱਲੇ ਪੈ ਜਾਏ, ਮਿਲ ਜਾਏ। ਪਰ ਗੁਰੂ ਜੀ ਕਹਿੰਦੇ ਨੇ ਜੇਕਰ ਕੋਈ ਬੰਦਾ ਆਪਣੀ ਜ਼ਿੰਦਗੀ ਗਵਾ ਬੈਠਾ ਹੈ, ਵਿਸ਼ੇ ਭੋਗ 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 ਕੇ ਆਪਣੇ ਜੀਵਨ ਨੂੰ ਖੁਆਰ ਕਰ ਬੈਠਾ ਹੈ, ਤਾਂ ਫਿਰ ਵੀ ਘਬਰਾਉਣ ਦੀ ਲੋੜ ਨਹੀਂ, ਨਿਰਾਸ਼ ਹੋਣ ਦੀ ਲੋੜ ਨਹੀਂ, ਬਚ ਸਕਦਾ ਹੈ ਬੰਦਾ ਹਾਲੇ ਵੀ। ਜੇ ਫਿਰ ਮਿੱਠਾ ਪੇੜੈ ਪਾਏ, ਤੇ ਜੇਕਰ ਇਹਦੇ ਪੱਲੇ ਫਿਰ ਸ਼ੁਭ ਗੁਣ ਪੈ ਜਾਣ, ਆਤਮਿਕ ਜੀਵਨ ਲਿਆਉਣ ਵਾਲੇ, ਜੇ ਫਿਰ ਇਹ ਰੱਬੀ ਰਜਾ ਨੂੰ ਅਪਣਾ ਲਵੇ, ਤੋ ਕੌੜਤਨ ਚੂਕਸ ਮਾਏ। ਮਾਏ ਦਾ ਮਤਲਬ ਹੈ ਮਾਂ, ਕੌੜਤਨ ਦਾ ਮਤਲਬ ਵਿਸ਼ੇ ਭੋਗਾਂ ਤੋਂ ਪੈਦਾ ਹੋਇਆ ਦੁੱਖ। ਤਾਂ ਹੈ ਮਾਂ, ਵਿਸ਼ੇ ਭੋਗਾਂ ਤੋਂ ਪੈਦਾ ਹੋਇਆ ਦੁੱਖ ਫਿਰ ਦੂਰ ਹੋ ਸਕਦਾ ਹੈ। ਜਿਹੜੇ ਕੌੜੇ ਨੂੰ, ਵਿਸ਼ੇ ਵਿਕਾਰਾਂ ਨੂੰ ਮਿੱਠਾ ਕਰਕੇ ਭੋਗਦੇ ਰਹੇ ਭੁਲੇਖੇ ਨਾਲ, ਉਹਨੇ ਸਾਡੀ ਜ਼ਿੰਦਗੀ ਅੰਦਰ ਦੁੱਖ ਪੈਦਾ ਕਰ ਦਿੱਤੇ। ਪਰ ਜੇ ਹੁਣ ਵੀ ਬੰਦਾ ਸ਼ੁਭ ਗੁਣਾਂ ਦਾ ਧਾਰਨੀ ਹੋ ਜਾਏ, ਰੱਬੀ ਰਜਾ ਵਿੱਚ ਤੁਰਨ ਲੱਗ ਜਾਏ, ਤਾਂ ਉਹ ਜਿਹੜੇ ਕੌੜਤਨ ਦੇ ਦੁੱਖ ਨੇ, ਵਿਸ਼ੇ ਭੋਗਾਂ ਦੇ, ਉਹ ਫਿਰ ਮੁੱਕ ਸਕਦੇ ਨੇ। ਫਿਰ ਬੰਦਾ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਮਤਲਬ ਜੀਵਨ ਬਦਲਣ ਦੀ ਪੋਸੀਬਿਲਿਟੀ ਹਰ ਵਕਤ ਹਰ ਥਾਂ ਦੇ ਉੱਤੇ ਮੌਜੂਦ ਹੈ। ਨਾਨਕ ਗੁਰਮੁਖ ਪਾਵੇ ਸੋਏ। ਪਰ ਇਹ ਜਿਹੜੀ ਦਾਤ ਹੈ, ਇਹ ਜਿਹੜੇ ਗੁਣ ਨੇ, ਇਹ ਜੋ ਜੀਵਨ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਬੰਦਾ ਪਾਉਂਦਾ ਹੈ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ। ਉਹ ਸ਼ੁਭ ਗੁਣ ਗੁਰੂ ਦੀ ਰਾਹੀਂ ਮਿਲਦੇ ਨੇ। ਤੇ ਮਿਲਦੇ ਕਿਵੇਂ ਨੇ? ਜਿਸ ਨੂੰ ਪ੍ਰਾਪਤ ਲਿਖਿਆ ਹੋਏ, ਜਿਹਦੇ ਭਾਗਾਂ ਵਿੱਚ ਲਿਖਿਆ ਹੋਏ, ਲੇਖ ਲਿਖਿਆ ਹੋਏ, ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਉਹ ਗੁਣ ਪ੍ਰਾਪਤ ਕਰ ਲੈਂਦਾ ਹੈ। ਹੁਣ ਗੁਰੂ ਦੇ ਮਿਲਾਪ ਦਾ ਲੇਖ ਲਿਖਿਆ ਹੋਵੇ, ਤੇ ਇਹ ਲੇਖ ਅਸੀਂ ਆਪ ਲਿਖਣੇ ਨੇ। ਵਿਸ਼ੇ ਭੋਗਾਂ ਦੇ ਲੇਖ ਵੀ ਅਸੀਂ ਆਪ ਲਿਖੇ ਨੇ ਕਿ ਮੈਂ ਝੂਠ ਬੋਲਿਆ, ਮੈਂ ਈਰਖਾ ਕਰਾਂ, ਦਵੇਸ਼ ਕਰਾਂ, ਵੈਰ ਵਿਰੋਧ ਕਮਾਵਾਂ। ਇਹ ਸੰਸਕਾਰ ਅਸੀਂ ਆਪ ਪੈਦਾ ਕੀਤੇ ਨੇ। ਤੇ ਜੇ ਬੰਦਾ ਆਪਣੇ ਅੰਦਰ ਇਹ ਸੰਸਕਾਰ ਲਿਖੇ ਕਿ ਅੱਜ ਮੈਂ ਗੁਰਬਾਣੀ ਪੜ੍ਹਨੀ ਹੈ, ਮੈਂ ਅੱਜ ਗੁਰਬਾਣੀ ਦੇ ਮੀਨਿੰਗ ਸਮਝਣੇ ਨੇ, ਮੈਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਸ਼ੁਰੂ ਕਰਨੀ ਹੈ, ਜੇ ਇਹ ਲੇਖ ਲਿਖੇ ਤਾਂ ਇਹ ਲੇਖ ਲਿਖੇ ਜਾਣਗੇ, ਫਿਰ ਗੁਣ ਸਾਨੂੰ ਮਿਲ ਜਾਣਗੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਇਹ ਸ਼ੁਭ ਸੰਸਕਾਰ ਹੁੰਦੇ ਨੇ, ਉਹਨਾਂ ਦਾ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਤੇ ਗੁਰੂ ਦੇ ਗਿਆਨ ਰਾਹੀਂ ਸਾਨੂੰ ਇਹ ਗੁਣ ਮਿਲ ਜਾਂਦੇ ਨੇ, ਸਮਝ ਸਾਨੂੰ ਮਿਲਦੀ ਹੈ, ਔਰ ਅਸੀਂ ਸਹੀ ਜੀਵਨ ਅਪਣਾ ਲੈਂਦੇ ਹਾਂ। ਪੌੜੀ। ਜਿਨ ਕੈ ਹਿਰਦੈ ਮੈਲ ਕਪਟ ਹੈ, ਬਾਹਰ ਤੋਂ ਆਇਆ। ਬਾਹਰ ਦਾ ਮਤਲਬ ਬਾਹਰਲਾ ਪਾਸਾ, ਸਰੀਰ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਦੇ ਅੰਦਰ, ਮਾਨਸਿਕਤਾ ਦੇ ਅੰਦਰ ਸਫਾਈ ਨਹੀਂ, ਮੈਲ ਹੈ, ਧੋਖਾ ਹੈ, ਛਲ ਹੈ, ਕਪਟ ਹੈ, ਅੰਦਰ ਤੇ ਛਲ ਕਪਟ ਹੈ, ਅੰਦਰ ਈਰਖਾ ਦਵੇਸ਼ ਦੀ ਮੈਲ ਹੈ। ਬਾਹਰ ਤੋਂ ਆਇਆ, ਪਰ ਬਾਹਰੋਂ ਉਹਨਾਂ ਨੇ ਸਰੀਰ ਨੂੰ ਧੋਤਾ ਹੋਇਆ ਹੈ, ਬਾਹਰੋਂ ਸਰੀਰ ਨੂੰ ਧੋ ਕੇ ਰੱਖਦੇ ਨੇ, ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਨੇ, ਉੱਥੇ ਡੁਬਕੀਆਂ ਲਾਉਂਦੇ ਨੇ, ਕੱਪੜੇ ਬੜੇ ਚਿੱਟੇ ਪਾਏ ਨੇ, ਬਾਹਰੀ ਤੌਰ ਤੇ ਪਰਫਿਊਮ ਵਗੈਰਾ ਲਗਾ ਕੇ ਰੱਖਿਆ ਹੈ, ਚੰਦਨ ਦੇ ਤਿਲਕ ਲਗਾਏ ਨੇ, ਬਾਹਰੀ ਤੌਰ ਤੇ ਧਾਰਮਿਕ ਪਹਿਨਾਵਾ ਪਹਿਨਿਆ ਹੈ, ਐਨ ਲਿਸ਼ਕੇ ਪੁਸ਼ਕੇ ਨੇ, ਲੇਕਿਨ ਅੰਦਰ ਕਪਟ, ਅੰਦਰ ਛਲ, ਅੰਦਰ ਮੈਲ। ਕੂੜ ਕਪਟ ਕਮਾਮ ਦੇ ਕੂੜ ਪ੍ਰਗਟੀ ਆਇਆ। ਪ੍ਰਗਟੀ ਆਇਆ ਦਾ ਮਤਲਬ ਉਗੜ ਪੈਂਦਾ ਹੈ। ਉਹ ਆਪਣੇ ਹਰ ਇੱਕ ਕੰਮਕਾਰ ਦੇ ਵਿੱਚ ਝੂਠ ਔਰ ਫਰੇਬ ਵਰਤਦੇ ਨੇ, ਝੂਠ ਔਰ ਧੋਖਾ ਵਰਤਦੇ ਨੇ। ਜਿਨ੍ਹਾਂ ਦੇ ਅੰਦਰ ਕੂੜ ਹੈ, ਉਹ ਆਪਣੇ ਹਰ ਕੰਮ ਦੇ ਅੰਦਰ ਝੂਠ ਔਰ ਧੋਖਾ ਵਰਤਣਗੇ। ਬਾਹਰੋਂ ਬੇਸ਼ੱਕ ਲਿਸ਼ਕੇ ਪੁਸ਼ਕੇ ਨੇ, ਤੀਰਥਾਂ ਤੇ ਇਸ਼ਨਾਨ ਵੀ ਕਰਦੇ ਨੇ, ਕੱਪੜੇ ਵੀ ਬੜੇ ਬਸਤਰ ਵਧੀਆ ਪਾਉਂਦੇ ਨੇ, ਪਰ ਗੁਰੂ ਜੀ ਕਹਿੰਦੇ ਨੇ ਕੂੜ ਪ੍ਰਗਟੀ ਆਇਆ, ਝੂਠ ਉਹਨਾਂ ਦਾ ਪ੍ਰਗਟ ਹੋ ਜਾਂਦਾ ਬਿਹੇਵੀਅਰ ਦੇ ਵਿੱਚੋਂ। ਕਿਉਂਕਿ ਜਿਹਦੇ ਅੰਦਰ ਛਲ ਕਪਟ ਹੈ, ਉਹਨੇ ਛਲ ਕਪਟ ਕਮਾਣਾ ਹੈ, ਉਹਨੇ ਛਿਪੇ ਤੇ ਰਹਿਣਾ ਨਹੀਂ। ਅੰਦਰ ਕਮਾਣਾ, ਸਰ ਪਰ ਉਗੜੈ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ। ਬੀਜ ਤੇ ਉਹ ਪ੍ਰਗਟ ਹੋਣਾ ਹੈ ਜੋ ਅੰਦਰ ਬੀਜਿਆ ਹੈ। ਜੇ ਜੌਂ ਬੀਜੇ ਨੇ ਤੇ ਲੋਕਾਂ ਨੂੰ ਕਹਿੰਦੇ ਫਿਰਨ ਵੀ ਕਣਕ ਬੀਜੇ ਨੇ, ਤੇ ਕਣਕ ਕਹਿਣ ਦੇ ਨਾਲ ਕਣਕ ਥੋੜਾ ਉਗਣੇ ਤੇ ਜੌਂ ਨੇ। ਬਾਹਰੋਂ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਤੇ ਚੰਗੇ ਬਣਨ ਦੇ ਨਾਲ ਚੰਗੇ ਥੋੜੀ ਹੋਣਾ ਹੈ। ਅੰਦਰੋਂ ਤੇ ਉਹ ਕਰਮ ਪ੍ਰਗਟ ਹੋਣੇ ਨੇ ਜੋ ਮਾਨਸਿਕਤਾ ਵਿੱਚ ਬੀਜ ਨੇ। ਅੰਦਰ ਹੋਏ ਸੋ ਨਿਕਲੇ, ਨਹਿ ਛਪੈ ਛਪਾਇਆ। ਕਿਉਂਕਿ ਮਨ ਦੇ ਅੰਦਰ ਜੋ ਕੁਝ ਹੁੰਦਾ ਹੈ ਨਾ, ਉਹ ਨਿਕਲ ਪੈਂਦਾ ਹੈ, ਪ੍ਰਗਟ ਹੋ ਜਾਂਦਾ ਹੈ, ਜ਼ਾਹਰ ਹੋ ਜਾਂਦਾ ਹੈ। ਲੁਕਾਇਆ ਲੁਕਦਾ ਨਹੀਂ, ਜਿੰਨਾ ਮਰਜ਼ੀ ਲੁਕਾ ਲਓ, ਲੁਕਦਾ ਕਿਤੇ।
ਬਿਲਕੁਲ ਵੀ ਨਹੀਂ ਲੁਕਦਾ। ਅਸੀਂ ਜਿੰਨੇ ਮਰਜ਼ੀ ਬੀਬੇ ਰਾਣੇ ਬਣੀਏ, ਛੋਟੀਆਂ ਮੋਟੀਆਂ ਇੱਕ ਦੋ ਗੱਲਾਂ ਹੋਣ ਦੇ ਨਾਲ ਅਸੀਂ ਭੜਕ ਪੈਂਦੇ ਹਾਂ, ਟੋਨ ਸਾਡੀ ਉੱਚੀ ਹੋ ਜਾਂਦੀ ਹੈ, ਅਸੀਂ ਲੜਾਈ ਤੇ ਉਤਾਰੂ ਹੋ ਜਾਂਦੇ ਹਾਂ। ਆਮ ਬੰਦੇ ਦੀ ਕੰਡੀਸ਼ਨ ਹੈ ਨਾ। ਛੁਪਾਇਆ ਨਹੀਂ ਛੁਪਦਾ, ਜੋ ਕੁਛ ਅੰਦਰ ਹੁੰਦਾ ਹੈ ਉਹ ਪ੍ਰਗਟ ਹੋ ਜਾਂਦਾ ਹੈ, ਕਦੇ ਵੀ ਨਹੀਂ ਲੁਕਦਾ। ਨਾ ਚੰਗਾ ਲੁਕਦਾ ਨਾ ਮਾੜਾ ਲੁਕਦਾ। ਕੂੜੇ ਲਾਲਚ ਲੱਗਿਆ ਫਿਰ ਜੂਨੀ ਪਾਇਆ। ਲਾਲਚ ਦਾ ਮਤਲਬ ਲਾਲਚ ਵਿੱਚ, ਜੂਨੀ ਦਾ ਮਤਲਬ ਬੋਲ ਕੇ ਦੱਸੋਗੇ? ਅਨਮਿਊਟ ਰਹੋ, ਲੇਕਿਨ ਬੋਲ ਕੇ ਮੈਨੂੰ ਪਤਾ ਲੱਗ ਜਾਏਗਾ ਬੋਲ ਰਹੇ ਹੋ ਤੁਸੀਂ। ਜੂਨੀ ਦਾ ਮਤਲਬ ਪਸ਼ੂ ਬਿਰਤੀਆਂ। ਜੂਨੀ ਦਾ ਮਤਲਬ ਪਸ਼ੂ ਬਿਰਤੀਆਂ। ਤਾਂ ਝੂਠੇ ਲਾਲਚ ਵਿੱਚ ਲੱਗਣ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ਮੁੜ ਮੁੜ ਕੇ ਪਸ਼ੂ ਬਿਰਤੀਆਂ ਵਿੱਚ ਪਿਆ ਰਹਿੰਦਾ। ਇਹਦੇ ਅੰਦਰ ਪਸ਼ੂ ਬਿਰਤੀਆਂ ਪੈਦਾ ਹੋ ਜਾਂਦੀਆਂ ਨੇ। ਝੂਠ ਔਰ ਲਾਲਚ ਕਰਨ ਦੇ ਨਾਲ ਕਿੰਨੀਆਂ ਪਸ਼ੂ ਬਿਰਤੀਆਂ ਭੋਗਦਾ ਹੈ, ਕਿੰਨੀਆਂ ਇਹਦੇ ਅੰਦਰ ਵਿਚਾਰਾਂ ਪੈਦਾ ਹੁੰਦੀਆਂ ਨੇ। ਜਦੋਂ ਇਹ ਲੋਭ ਲਾਲਚ ਕਰਦਾ ਹੈ, ਉਦੋਂ ਇਹਦੇ ਅੰਦਰ ਕੁੱਤੇ ਵਾਲੀ ਬਿਰਤੀ ਪੈਦਾ ਹੋ ਜਾਂਦੀ ਹੈ। ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੇ ਵਿਗਾਰੇ। ਜਦੋਂ ਇਹ ਹੰਕਾਰ ਕਰਦਾ ਹੈ, ਇਹਦੇ ਅੰਦਰ ਹਾਥੀ ਵਾਲੀ ਬਿਰਤੀ ਪੈਦਾ ਹੋ ਜਾਂਦੀ ਹੈ, ਮਨ ਤੋਂ ਮੈਗਲ ਹੋਏ ਰਹੇ। ਜਦੋਂ ਇਹ ਅਮੋੜ ਵਰਤਦਾ ਹੈ ਤਾਂ ਉਦੋਂ ਇਹਦੇ ਅੰਦਰ ਝੋਟੇ ਵਾਲੀ ਬਿਰਤੀ ਹੁੰਦੀ ਹੈ, ਮਾਤਾ ਭੈਂਸਾ ਅਮੂਹਾਂ ਜਾਏ। ਜਦੋਂ ਇਹ ਗੁਰੂ ਗਿਆਨ ਤੋਂ ਸਖਣਾ ਵਰਤਦਾ ਹੈ ਤਾਂ ਉਦੋਂ ਇਹ ਕਾਂ ਕੁੱਤੇ ਔਰ ਸੱਪਾਂ ਵਾਲੀ ਬਿਰਤੀ ਵਿੱਚ ਜੀ ਰਿਹਾ ਹੁੰਦਾ ਹੈ। ਗੁਰਮੰਤਰਹੀਣस्य ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣੈ, ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨੈ ਤੁਲ ਖਲੇ। ਤਾਂ ਝੂਠੇ ਲਾਲਚ ਵਿੱਚ ਲੱਗਣ ਦੇ ਨਾਲ ਬੰਦਾ ਮੁੜ ਮੁੜ ਪਸ਼ੂ ਬਿਰਤੀਆਂ ਵਿੱਚ ਪੈਂਦਾ ਹੈ। ਨਾਨਕ ਜੋ ਬੀਜੈ ਸੋ ਖਾਵਣਾ, ਕਰਤੈ ਲਿਖ ਪਾਇਆ। ਕਰਤੇ ਲਿਖ ਪਾਇਆ ਦਾ ਮਤਲਬ ਇਹ ਕਰਤੇ ਦਾ ਹੁਕਮ ਹੈ, ਲਿਖ ਕੇ ਪਾਇਆ ਦਾ ਮਤਲਬ ਹੁਕਮ ਹੈ, ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ। ਲਿਖ ਪਾਇਆ ਦਾ ਮਤਲਬ ਹੁਕਮ ਬਣਾ ਦਿੱਤਾ ਹੈ, ਸਿਸਟਮ ਬਣਾ ਦਿੱਤਾ ਹੈ, ਕੁਦਰਤ ਦਾ ਇਹ ਨਿਯਮ ਹੈ, ਬਜਵਾ ਨੇਮ ਹੈ। ਕਰਤੇ ਦੇ ਕੁਦਰਤ ਦਾ ਇਹ ਬਜਵਾ ਨੇਮ ਰੱਬ ਨੇ ਬਣਾ ਦਿੱਤਾ ਹੈ ਕਿ ਜੋ ਬੀਜੈ ਸੋ ਖਾਵਣਾ, ਜੋ ਬੀਜੇਗਾ ਉਹ ਖਾਣਾ ਪਏਗਾ, ਉਹਨੂੰ ਖਾਣਾ ਪਏਗਾ। ਜੋ ਬੀਜੇਗਾ ਉਹਨੂੰ ਖਾਣਾ ਪਏਗਾ। ਕਰਤੇ ਨੇ ਲਿਖ ਕੇ ਪਾਇਆ ਹੋਇਆ ਹੈ। ਲਿਖ ਕੇ ਪਾਉਣ ਦਾ ਮਤਲਬ ਕਿ ਰੱਬ ਨੇ ਇੱਕ ਸਿਸਟਮ ਬਣਾ ਦਿੱਤਾ ਹੈ, ਕੁਦਰਤ ਦਾ ਇੱਕ ਬਜਵਾ ਨੇਮ ਹੈ ਕਿ ਜੋ ਬੀਜੋਗੇ ਉਹ ਹੀ ਖਾਓਗੇ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜੈਸੀ ਇਨਪੁਟ ਹੋਏਗੀ ਵੈਸੀ ਆਉਟਪੁੱਟ ਆਏਗੀ। ਇਹ ਰੱਬੀ ਹੁਕਮ ਹੈ। ਸ਼ਲੋਕ ਮਹਿਲਾ ਦੂਜਾ। ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ। ਜੋ ਸ਼੍ਰੋਮਣੀ ਕਮੇਟੀ ਵੱਲੋਂ 4 ਪੋਥੀਆਂ ਸ਼ਬਦਾਰਥੀ ਵਿਦਵਾਨਾਂ ਨੇ ਛਾਪੀਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀਆਂ 4 ਪੋਥੀਆਂ, ਜਿਨ੍ਹਾਂ ਵਿੱਚ ਇੱਕ ਪਾਸੇ ਗੁਰਬਾਣੀ ਲਿਖੀ ਹੈ, ਦੂਜੇ ਪਾਸੇ ਔਖੇ ਸ਼ਬਦਾਂ ਦੇ ਅਰਥ ਔਰ ਫੁੱਟਨੋਟ ਦਿੱਤੇ ਹੋਏ ਨੇ। ਤਾਂ ਸ਼ਬਦਾਰਥੀ ਵਿਦਵਾਨ ਜੋ ਨੇ ਉਹ ਲਿਖ ਰਹੇ ਨੇ ਕਿ ਜੋ ਵੇਦਾਂ ਨੇ ਲਿਆਂਦੀ ਸੰਸਾਰ ਵਿੱਚ, ਵੇਦਾਂ ਦੀਆਂ ਦਸੀਆਂ ਕਥਾ ਕਹਾਣੀਆਂ ਵਿੱਚ ਤਾਂ ਪੁੰਨ ਪਾਪ ਨੂੰ ਵਿਚਾਰਿਆ ਹੁੰਦਾ ਹੈ ਤੇ ਦੱਸਿਆ ਹੁੰਦਾ ਹੈ ਕਿ ਕਿਵੇਂ ਮਨੁੱਖ ਦਿੱਤਾ ਲੈਂਦੇ ਤੇ ਲੀਤਾ ਦਿੰਦੇ ਨੇ, ਕਰਮਾਂ ਅਨੁਸਾਰ ਨਰਕ ਸੁਰਗ ਵਿੱਚ ਵਾਸਾ ਮਿਲਦਾ ਹੈ। ਨਾਲੇ ਇਹਨਾਂ ਦੇ ਪੜਨ ਨਾਲ ਲੋਕੀ ਉੱਚੀਆਂ ਤੇ ਨੀਵੀਆਂ ਜਾਤਾਂ ਅਤੇ ਕਈ ਕਿਸਮਾਂ ਦੇ ਭਰਮ ਵਿੱਚ ਭਟਕਦੇ ਨੇ। ਤਾਂ ਇਹਨਾਂ ਗੱਲਾਂ ਤੋਂ ਉੱਚੀ ਗੱਲ ਕੋਈ ਦੱਸੀ ਨਹੀਂ ਹੁੰਦੀ, ਇਹ ਇਹਨਾਂ ਵਿਦਵਾਨਾਂ ਨੇ ਲਿਖਿਆ ਹੈ। ਭਾਈ ਸਾਹਿਬ ਸਿੰਘ ਜੀ ਜੋ ਅਰਥ ਕਰ ਰਹੇ ਨੇ, ਮੈਂ ਸੇਮ ਆਪ ਨੂੰ ਉਹ ਹੁਣ ਪੜ੍ਹ ਕੇ ਸੁਣਾ ਰਿਹਾ। ਬੇਦੀ ਦਾ ਮਤਲਬ ਵੇਦਾਂ ਨੇ, ਆਣੀ ਦਾ ਮਤਲਬ ਲਿਆਂਦੀ, ਕਥਾ ਕਹਾਣੀ ਦਾ ਮਤਲਬ ਸਿੱਖਿਆ ਤਾਲੀਮ, ਪਾਪ ਪੁੰਨ ਵਿਚਾਰ ਦਾ ਮਤਲਬ ਇਹ ਵਿਚਾਰ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ। ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ। ਭਾਈ ਸਾਹਿਬ ਸਿੰਘ ਜੀ ਇਸ ਦਾ ਅਰਥ ਕਰਦੇ ਨੇ ਜੋ ਤਾਲੀਮ ਵੇਦਾਂ ਨੇ ਲਿਆਂਦੀ, ਯਾਨੀ ਵੇਦਾਂ ਨੇ ਜੋ ਤਾਲੀਮ ਦਿੱਤੀ, ਉਸ ਵਿੱਚ ਇਹ ਵਿਚਾਰ ਹੈ ਕਿ ਪਾਪ ਕੀ ਹੈ ਅਤੇ ਪੁੰਨ ਕੀ ਹੈ। ਪਾਪ ਪੁੰਨ ਵਿਚਾਰ ਦਾ ਮਤਲਬ ਪੁੰਨ ਔਰ ਪਾਪ ਦੀ ਵਿਚਾਰ ਕੀਤੀ ਗਈ ਕਿ ਪੁੰਨ ਕੀ ਹੈ ਔਰ ਪਾਪ ਕੀ ਹੈ। ਦੇ ਦੇ ਲੈਣਾ, ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਭਾਈ ਸਾਹਿਬ ਲਿਖਦੇ ਨੇ ਦੇ ਦੇ ਲੈਣਾ ਦਾ ਮਤਲਬ ਆਪ ਹੱਥੋਂ ਦੇ ਕੇ ਹੀ ਲਈਦਾ, ਭਾਵ ਕਿ ਆਪਣਾ ਦਿੱਤਾ ਹੀ ਲਈਦਾ। ਲੈ ਲੈ ਦੇਣਾ, ਜੋ ਕਿਸੇ ਪਾਸੋਂ ਲੈਂਦੇ ਹਾਂ ਉਹ ਮੋੜਨਾ ਪਵੇਗਾ। ਨਰਕ ਦਾ ਮਤਲਬ ਨਰਕ ਵਿੱਚ, ਅਵਤਾਰ ਦਾ ਮਤਲਬ ਜੰਮਣਾ, ਥਾਂ ਮਿਲਣੀ। ਤਾਂ ਭਾਈ ਸਾਹਿਬ ਸਿੰਘ ਜੀ ਲਿਖ ਰਹੇ ਨੇ ਕਿ ਉਹਨਾਂ ਨੇ ਇਹ ਦੱਸਿਆ ਵੇਦਾਂ ਨੇ ਕਿ ਦੇ ਕੇ ਹੀ ਮੁੜ ਲਈਦਾ ਤੇ ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹ ਅਗਲੇ ਜਨਮ ਵਿੱਚ ਮੋੜੀਦਾ।
ਆਪਣੇ ਕੀਤੇ ਕਰਮਾਂ ਅਨੁਸਾਰ ਨਰਕ ਵਿੱਚ ਜਾਂ ਸਵਰਗ ਦੇ ਵਿੱਚ ਅਪੜੀਦਾ ਹੈ। ਇਹ ਵਿਚਾਰ ਵੇਦਾਂ ਨੇ ਦਿੱਤੀ ਹੈ, ਇਹ ਖਾਸ ਖਿਆਲ ਰੱਖਣਾ ਹੈ। ਗੁਰੂ ਨਾਨਕ ਦੇਵ ਦੀ ਨਹੀਂ, ਵੇਦਾਂ ਦੀ ਵਿਚਾਰ ਉਹਨਾਂ ਨੇ ਦਿੱਤੀ ਹੈ, ਜੋ ਭਾਈ ਸਾਹਿਬ ਸਿੰਘ ਜੀ ਲਿਖ ਰਹੇ ਨੇ। ਉੱਤਮ ਮੱਧਮ ਜਾਤੀ ਜਿਨਸੀ ਭਰਮ ਭਵੈ ਸੰਸਾਰ। ਮੱਧਮ ਦਾ ਮਤਲਬ ਨੀਵਾਂ, ਜਾਤੀ ਜਿਨਸੀ ਭਰਮ ਦਾ ਮਤਲਬ ਜਾਤਾਂ ਔਰ ਕਿਸਮਾਂ ਦੇ ਭਰਮ ਵਿੱਚ। ਇਸ ਤਾਲੀਮ ਅਨੁਸਾਰ, ਇਸ ਸਿੱਖਿਆ ਅਨੁਸਾਰ ਦੁਨੀਆ ਉੱਚੀਆਂ ਨੀਵੀਆਂ ਜਾਤਾਂ ਤੇ ਕਿਸਮਾਂ ਦੇ ਵਹਿਮਾਂ ਦੇ ਅੰਦਰ ਖੁਆਰ ਹੋ ਰਹੀ ਹੈ। ਜੋ ਇਹ ਸਿੱਖਿਆ ਮਿਲੀ ਕਿ ਕੋਈ ਉੱਚੀ ਜਾਤ ਦਾ, ਕੋਈ ਨੀਵੀਂ ਜਾਤ ਦਾ, ਇਹਨਾਂ ਦੇ ਵਿੱਚ ਲੋਕ ਖੁਆਰ ਹੋ ਰਹੇ ਨੇ, ਇਹ ਤਾਲੀਮ ਮਿਲੀ। ਪਰ ਗੁਰੂ ਜੀ ਕਹਿੰਦੇ ਨੇ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਤਤ ਦਾ ਮਤਲਬ ਅਸਲੀਅਤ, ਜਗਤ ਦਾ ਮੂਲ ਪ੍ਰਭੂ। ਵਖਾਣੀ ਦਾ ਮਤਲਬ ਬਿਆਨ ਕਰਨ ਵਾਲੀ। ਗਿਆਨ ਧਿਆਨ ਵਿੱਚ ਦਾ ਮਤਲਬ ਤਤ ਦੇ ਗਿਆਨ ਤੇ ਤਤ ਦੇ ਧਿਆਨ ਦੇ ਸੰਬੰਧ ਵਿੱਚ, ਯਾਨੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਦੇ ਗੁਣਾਂ ਦੇ ਅੰਦਰ ਸੁਰਤ ਜੋੜਿਆਂ। ਆਈ ਦਾ ਮਤਲਬ ਪ੍ਰਗਟ ਹੋਈ ਦਾ ਮਤਲਬ ਉਚਾਰੀ ਗਈ। ਤਾਂ ਜੋ ਪ੍ਰਭੂ ਪਰਮਾਤਮਾ ਦੀ, ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਅੰਮ੍ਰਿਤ ਦੇ ਨਾਲ ਭਰੀ ਹੋਈ ਹੈ ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ। ਇਹ ਸਿਫਤ ਸਲਾਹ ਦੀ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਔਰ ਪ੍ਰਭੂ ਦੇ ਗੁਣਾਂ ਵਿੱਚ ਸੁਰਤ ਜੋੜਿਆਂ ਪ੍ਰਗਟ ਹੁੰਦੀ ਹੈ। ਯਾਨੀ ਜੋ ਗੁਰੂ ਦੀ ਪਾਵਨ ਬਾਣੀ ਹੈ, ਉਹ ਸਾਨੂੰ ਗੁਣਾਂ ਦੀ ਵਿਚਾਰ ਕਰਨੀ, ਰੱਬੀ ਰਜ਼ਾ ਦੇ ਵਿੱਚ ਤੁਰਨ ਦੀ ਜਾਚ ਦੱਸਦੀ ਹੈ। ਜੋ ਗੁਰੂ ਦਾ ਗਿਆਨ ਹੈ, ਜੋ ਗੁਰੂ ਦੀ ਸਿੱਖਿਆ ਹੈ। ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ। ਸੁਰਤੀ ਦਾ ਮਤਲਬ ਸੁਰਤਿਆਂ ਨੇ, ਕਰਮ ਦਾ ਮਤਲਬ ਬਖਸ਼ਿਸ਼ ਨਾਲ, ਧਿਆਈ ਦਾ ਮਤਲਬ ਧਿਆਨ ਵਿੱਚ। ਗੁਰਮੁਖ ਆਖੀ ਦਾ ਮਤਲਬ ਗੁਰੂ ਨੇ ਉਚਾਰੀ, ਜਾਤੀ ਦਾ ਮਤਲਬ ਸਮਝੀ। ਜੋ ਬਾਣੀ ਗੁਰੂ ਨੇ ਉਚਾਰੀ, ਜੋ ਗੁਰੂ ਨੇ ਗਿਆਨ ਦਿੱਤਾ, ਜਿਸ ਤੇ ਡੂੰਘੇ ਭੇਤ ਨੂੰ ਗੁਰੂ ਨੇ ਸਮਝਿਆ, ਉਹਨੂੰ ਸੁਰਤਿਆਂ ਨੇ ਧਿਆਇਆ ਦਾ ਮਤਲਬ ਧਿਆਨ ਦੇ ਅੰਦਰ ਰੱਖਿਆ। ਯਾਨੀ ਜੋ ਗੁਰੂ ਦਾ ਗਿਆਨ ਹੈ, ਜੋ ਯੂਨੀਵਰਸਲ ਟਰੁੱਥ ਦੀ ਗੱਲ ਕਰਦਾ ਹੈ, ਇਸ ਗੁਰੂ ਦੇ ਗਿਆਨ ਨੂੰ, ਯੂਨੀਵਰਸਲ ਟਰੁੱਥ ਨੂੰ ਜਿਹੜੇ ਸੁਰਤ ਵਾਲੇ ਨੇ ਉਹਨਾਂ ਨੇ ਜਪਿਆ ਦਾ ਮਤਲਬ ਉਹਨਾਂ ਨੇ ਆਪਣੇ ਅਮਲ ਵਿੱਚ ਲਿਆਂਦਾ, ਸਾਂਝ ਪਾਈ। ਦੁਬਾਰਾ ਫਿਰ ਸਮਝ ਲਓ ਕਿ ਜੋ ਗੁਰੂ ਦਾ ਗਿਆਨ ਹੈ, ਬ੍ਰਹਿਮੰਡੀ ਸੱਚ ਹੈ, ਯੂਨੀਵਰਸਲ ਟਰੁੱਥ ਹੈ, ਇਸ ਯੂਨੀਵਰਸਲ ਟਰੁੱਥ ਨੂੰ ਜੋ ਸੁਰਤ ਵਾਲੇ ਨੇ, ਗਿਆਨਵਾਨ ਨੇ, ਉਹਨਾਂ ਨੇ ਇਸ ਯੂਨੀਵਰਸਲ ਟਰੁੱਥ ਦੇ ਨਾਲ ਸਾਂਝ ਬਣਾਈ ਹੈ, ਪੁੰਨ ਪਾਪ ਔਰ ਨਰਕ ਸੁਰਗ ਦੇ ਨਾਲ ਨਹੀਂ। ਹੁਕਮ ਸਾਜ ਹੁਕਮੈ ਵਿੱਚ ਰੱਖੈ, ਹੁਕਮੈ ਅੰਦਰ ਵੇਖੈ। ਹੁਣ ਗੁਰੂ ਦੀ ਪਾਵਨ ਬਾਣੀ, ਗੁਰੂ ਦਾ ਗਿਆਨ ਜੋ ਬ੍ਰਹਿਮੰਡੀ ਸੱਚ ਹੈ, ਉਹ ਸਾਨੂੰ ਕੀ ਦੱਸਦਾ ਹੈ? ਹੁਕਮ ਸਾਜ ਕਿ ਪ੍ਰਭੂ ਆਪਣਾ ਹੁਕਮ ਰੂਪ ਸੱਤਿਆ ਸਾਜ ਕੇ ਹੁਕਮੈ ਵਿੱਚ ਰੱਖੈ, ਹੁਕਮ ਦੇ ਅੰਦਰ ਰੱਖਦਾ ਹੈ। ਹੁਕਮੈ ਅੰਦਰ ਵੇਖੇ ਦਾ ਮਤਲਬ ਹੁਕਮ ਦੇ ਅੰਦਰ ਹੀ ਸੰਭਾਲ ਕਰਦਾ ਹੈ। ਤਾਂ ਗੁਰੂ ਦੇ ਗਿਆਨ ਰਾਹੀਂ, ਬ੍ਰਹਿਮੰਡੀ ਸੱਚ ਰਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਰੱਬੀ ਹੁਕਮ ਦੇ ਅੰਦਰ ਹੀ ਇਸ ਸੰਸਾਰ ਦੀ ਸਿਰਜਣਾ ਹੋ ਰਹੀ ਹੈ। ਰੱਬੀ ਹੁਕਮ ਦੇ ਅੰਦਰ ਰੱਖੇ ਦਾ ਮਤਲਬ ਇਹਦਾ ਸੰਚਾਲਨ ਹੋ ਰਿਹਾ ਹੈ, ਤੇ ਹੁਕਮੇ ਅੰਦਰ ਵੇਖੇ ਦਾ ਮਤਲਬ ਹੁਕਮ ਦੇ ਅੰਦਰ ਹੀ ਇਸ ਸੰਸਾਰ ਦੀ ਪਾਲਣਾ ਹੋ ਰਹੀ ਹੈ। ਯਾਨੀ ਉਤਪਤੀ ਵੀ, ਪਾਲਣਾ ਵੀ ਔਰ ਸੰਚਾਲਨ ਵੀ ਹੁਕਮ ਦੇ ਅੰਦਰ ਹੋ ਰਿਹਾ ਹੈ, ਸ੍ਰਿਸ਼ਟੀ ਦੇ ਬਜਵੇਂ ਕੁਦਰਤ ਦੇ ਨੇਮਾਂ ਵਿੱਚ ਹੋ ਰਿਹਾ ਹੈ। ਨਾਨਕ ਅੱਗੋਂ ਹੋਮੈ ਟੁੱਟੈ ਤਾਂ ਕੋ ਲਿਖੀਐ ਲੇਖੈ। ਅੱਗੋਂ ਦਾ ਮਤਲਬ ਪਹਿਲਾਂ, ਇਹ ਕੰਮ ਪਹਿਲਾਂ ਹੀ ਕਰ ਲੈ, ਤਾਂ ਅੱਗੋਂ ਇਹ ਕੰਮ ਅੱਗੋਂ ਹੀ ਕਰ ਲਵੀਂ। ਅੱਗੋਂ ਦਾ ਮਤਲਬ ਇੱਥੇ ਹੈਗਾ ਪਹਿਲਾਂ। ਕੋ ਦਾ ਮਤਲਬ ਕੋਈ ਜੀਵ। ਲਿਖੀਐ ਲੇਖੇ ਦਾ ਮਤਲਬ ਲੇਖੇ ਵਿੱਚ ਲਿਖਿਆ ਜਾਂਦਾ ਹੈ, ਪ੍ਰਵਾਨ ਹੁੰਦਾ ਹੈ। ਨਾਨਕ ਅੱਗੋਂ ਹੋਮੈ ਟੁੱਟੈ ਕਿ ਇਸ ਬਾਣੀ ਦੀ ਬਰਕਤ ਨਾਲ, ਗੁਰੂ ਗਿਆਨ ਦੀ ਬਰਕਤ ਨਾਲ ਪਹਿਲਾਂ ਜੀਵ ਦੀ ਹੋਮੇ ਦੂਰ ਹੁੰਦੀ ਹੈ। ਨਾਨਕ ਅੱਗੋਂ ਹੋਮੇ ਟੁੱਟੇ, ਇਸ ਗਿਆਨ ਦੀ ਬਰਕਤ ਨਾਲ ਪਹਿਲਾਂ ਹੋਮੇ ਖਤਮ ਹੁੰਦੀ ਹੈ, ਤੇ ਜਦੋਂ ਹੋਮੇ ਖਤਮ ਹੋ ਜਾਏ ਤਾਂ ਕੋ ਲਿਖੀਏ ਲੇਖੈ, ਤਾਂ ਕੋਈ ਰੱਬ ਦੇ ਲੇਖੇ ਵਿੱਚ ਲਿਖਿਆ ਜਾਂਦਾ ਹੈ, ਪ੍ਰਵਾਨ ਹੁੰਦਾ ਹੈ। ਯਾਨੀ ਆਪਣੀ ਹੋਮੇ ਨੂੰ ਖਤਮ ਕਰਕੇ ਰੱਬੀ ਰਜ਼ਾ ਦੇ ਅੰਦਰ ਜੋ ਚੱਲੇਗਾ, ਉਹ ਮਨੁੱਖ ਪ੍ਰਵਾਨ ਹੋਵੇਗਾ। ਪੁੰਨ ਪਾਪ ਦੇ ਨਾਲ, ਨਰਕ ਸੁਰਗ ਵਾਲੇ ਚੱਕਰ ਦੇ ਨਾਲ ਨਹੀਂ। ਗੁਰੂ ਦੀ ਪਾਵਨ ਬਾਣੀ ਸਾਨੂੰ ਇਹ ਸਮਝਾ ਰਹੀ ਹੈ। ਮਹਿਲਾ ਪਹਿਲਾ। ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਜੀਓ। ਵੇਦ ਪੁਕਾਰੇ ਕਿ ਵੇਦ ਦੀ ਤਾਲੀਮ ਇਹ ਹੈ
ਪੁਕਾਰੇ ਪੁੰਨ ਪਾਪ, ਕਿ ਜੀਵ ਦਾ ਕੀਤਾ ਹੋਇਆ ਜੋ ਪੁੰਨ ਕਰਮ ਹੈ ਉਹਦੇ ਵਾਸਤੇ ਸਵਰਗ ਮਿਲਣ ਦਾ ਸਬਬ ਬਣਦਾ ਹੈ, ਤੇ ਪਾਪ ਜੀਵ ਲਈ ਨਰਕ ਵਿੱਚ ਪੈਣ ਦਾ ਕਾਰਨ ਬਣ ਜਾਂਦਾ ਹੈ। ਇਹ ਵੇਦ ਪੁਕਾਰ ਰਿਹਾ ਹੈ, ਵੇਦ ਸਿੱਖਿਆ ਦੇ ਰਿਹਾ ਹੈ। ਬੀਓ ਦਾ ਮਤਲਬ ਬੀਜ, ਕਾਰਨ, ਕਿ ਜੋ ਮਨੁੱਖ ਦਾ ਪਾਪ ਕਰਮ ਹੈ ਉਹ ਮਨੁੱਖ ਦੇ ਨਰਕ ਦਾ ਕਾਰਨ ਬਣਦਾ ਹੈ, ਤੇ ਜਿਹੜਾ ਪੁੰਨ ਕਰਮ ਹੈ ਉਹ ਸਵਰਗ ਦਾ ਕਾਰਨ ਬਣਦਾ ਹੈ। ਮਰਨ ਤੋਂ ਬਾਅਦ ਨਰਕ ਸੁਰਗ ਵਿੱਚ ਪੈਂਦਾ ਹੈ। ਇਹ ਤਾਲੀਮ ਦਿੱਤੀ ਜਾਂਦੀ ਹੈ ਪੁਜਾਰੀ ਵੱਲੋਂ ਵੇਦ ਸ਼ਾਸਤਰ ਪੜ੍ਹ ਕੇ। ਜੋ ਬੀਜੈ ਸੋ ਉਗਵੈ, ਖਾਂਦਾ ਜਾਣੈ ਜੀਓ। ਜੋ ਦਾ ਮਤਲਬ ਜੋ ਕੁਛ, ਖਾਂਦਾ ਜੀਓ ਦਾ ਮਤਲਬ ਬੀਜੇ ਹੋਏ ਦਾ ਫਲ ਖਾਣ ਵਾਲਾ ਜੀਵ, ਜਾਣੇ ਦਾ ਮਤਲਬ ਜਾਣ ਲੈਂਦਾ ਹੈ। ਆਪਣੇ ਕੀਤੇ ਹੋਏ ਪੁੰਨ ਜਾਂ ਪਾਪ ਦਾ ਫਲ ਖਾਣ ਵਾਲਾ ਹਰੇਕ ਜੀਵ ਆਪ ਹੀ ਜਾਣ ਲੈਂਦਾ ਹੈ ਕਿ ਜੋ ਕੁਛ ਬੀਜਦਾ ਹੈ ਉਹੀ ਉਗਦਾ ਹੈ। ਯਾਨੀ ਜੋ ਬੀਜ ਖਾਣ ਵਾਲਾ ਨਾ ਫਲ, ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਜੋ ਬੀਜੀਏ ਉਹ ਹੀ ਉਗਦਾ ਹੈ। ਹੁਣ ਇਹਨੂੰ ਆਮ ਜ਼ਿੰਦਗੀ ਵਿੱਚ ਬੰਦਾ ਸਮਝ ਲੈਂਦਾ ਹੈ ਕਿ ਅਸੀਂ ਕਣਕ ਬੀਜੀ ਤੇ ਕਣਕ ਉਗ ਪਈ, ਛੋਲੇ ਬੀਜੇ ਤੇ ਛੋਲੇ ਉਗ ਪਏ। ਉਹਦਾ ਜਦੋਂ ਵੱਢਿਆ ਪਤਾ ਲੱਗ ਗਿਆ ਨਾ, ਹੁਣ ਪਛਤਾਵਾ ਹੋਵੇ ਵੀ ਯਾਰ ਕਣਕ ਬੀਜਣੀ ਚਾਹੀਦੀ ਸੀ, ਛੋਲੇ ਵੱਢਣੇ ਪੈ ਰਹੇ ਨੇ। ਹੁਣ ਪਤਾ ਉਹਨੂੰ ਲੱਗ ਜਾਂਦਾ ਵੀ ਛੋਲੇ ਤਾਂ ਵੱਢਣੇ ਪੈ ਰਹੇ ਨੇ ਕਿਉਂਕਿ ਬੀਜੇ ਹੀ ਛੋਲੇ ਸੀ ਨਾ ਤਾਂ। ਇਸੇ ਤਰ੍ਹਾਂ ਜਦੋਂ ਬੰਦੇ ਨੂੰ ਸੁੱਖ ਮਿਲਦਾ ਹੈ ਤੇ ਉਹਨੂੰ ਸਮਝ ਆ ਜਾਂਦੀ ਵੀ ਇਹ ਸੁੱਖ ਤਾਂ ਮਿਲਿਆ ਕਿਉਂਕਿ ਮੈਂ ਕੋਈ ਚੰਗਾ ਕੰਮ ਕੀਤਾ ਸੀ, ਤਾਂ ਸੁੱਖ ਮਿਲਿਆ ਨਾ। ਤੇ ਜੇ ਮਤਲਬ ਬੰਦਾ ਕਰਮ ਕਰੇ ਮਾੜੇ ਤੇ ਜ਼ਿੰਦਗੀ ਦੇ ਅੰਦਰ ਆ ਜਾਏ ਦੁੱਖ, ਤੇ ਬੰਦੇ ਨੂੰ ਸਮਝ ਪੈ ਜਾਂਦੀ ਹੈ ਵੀ ਇਹ ਦੁੱਖ ਤਾਂ ਮਿਲਿਆ ਕਿਉਂਕਿ ਮੈਂ ਮਾੜੇ ਕਰਮ ਕਰ ਰਿਹਾ ਸਾਂ। ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ। ਖਾਣ ਵਾਲਾ ਇਸ ਚੀਜ਼ ਨੂੰ ਜਾਣ ਲੈਂਦਾ ਹੈ, ਸਮਝ ਆ ਜਾਂਦੀ ਹੈ ਉਹਨੂੰ। ਗਿਆਨ ਸਲਾਹੇ ਵੱਡਾ ਕਰ, ਸੱਚੋ ਸੱਚਾ ਨਾਉ। ਗਿਆਨ ਦਾ ਮਤਲਬ ਗੁਰੂ ਦਾ ਦਿੱਤਾ ਹੋਇਆ ਗਿਆਨ, ਉੱਚੀ ਵਿਚਾਰ। ਸਲਾਹੇ ਤੋਂ ਭਾਵ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਵੱਡਾ ਕਰਕੇ ਦਾ ਮਤਲਬ ਪ੍ਰਭੂ ਨੂੰ ਵੱਡਾ ਕਹਿ ਕੇ। ਤਾਂ ਸੋ ਇਹ ਕਰਮ ਕਾਂਡ ਦੀ ਤਾਲੀਮ ਵਿੱਚ ਪ੍ਰਭੂ ਦੀ ਸਿਫਤ ਸਲਾਹ ਤੇ ਮਿਹਰ ਨੂੰ ਤੇ ਕੋਈ ਥਾਂ ਨਹੀਂ ਹੈ। ਜਿਹੜੇ ਕਰਮ ਕਾਂਡ ਨੇ ਉਹਦੇ ਵਿੱਚ ਤਾਂ ਇੰਨਾ ਹੈ ਕਿ ਤੁਸੀਂ ਪੁੰਨ ਕਰੋਗੇ ਤੇ ਤੁਹਾਨੂੰ ਸੁਰਗ ਮਿਲ ਜਾਏਗਾ, ਮਾੜੇ ਕਰਮ ਕਰੋਗੇ ਨਰਕ ਵਿੱਚ ਪੈ ਜਾਓਗੇ। ਉਹਦੇ ਵਿੱਚ ਰੱਬੀ ਸਿਫਤ ਸਲਾਹ ਦੀ ਕੋਈ ਤਾਲੀਮ ਨਹੀਂ ਹੈ। ਪਰ ਗੁਰੂ ਦਾ ਜੋ ਗਿਆਨ ਹੈ, ਗਿਆਨ ਸਲਾਹੇ ਵੱਡਾ ਕਰ, ਗੁਰੂ ਦੇ ਬਖਸ਼ਿਆ ਹੋਇਆ ਜੋ ਗਿਆਨ ਹੈ ਉਹ ਪ੍ਰਭੂ ਨੂੰ ਵੱਡਾ ਵੱਡਾ ਆਖ ਕੇ ਉਹਦੀ ਸਿਫਤ ਸਲਾਹ ਕਰਦਾ ਹੈ। ਸੱਚੋ ਸੱਚਾ ਨਾਉ ਤੇ ਦੱਸਦਾ ਹੈ ਕਿ ਪ੍ਰਭੂ ਦਾ ਹੁਕਮ ਸਦਾ ਕਾਇਮ ਰਹਿਣ ਵਾਲਾ ਹੈ। ਯਾਨੀ ਗੁਰੂ ਦੇ ਗਿਆਨ ਰਾਹੀਂ ਸਾਨੂੰ ਇਹ ਸਮਝ ਪੈਂਦੀ ਹੈ ਕਿ ਪ੍ਰਭੂ ਵੱਡਾ ਹੈ ਔਰ ਪ੍ਰਭੂ ਦਾ ਹੁਕਮ ਸੱਚਾ ਹੈ, ਉਹਨੂੰ ਟਾਲਿਆ ਨਹੀਂ ਜਾ ਸਕਦਾ। ਇਸ ਚੀਜ਼ ਦੀ ਜਾਣਕਾਰੀ ਸਾਨੂੰ ਗੁਰੂ ਦੇ ਗਿਆਨ ਤੋਂ ਮਿਲਦੀ ਹੈ। ਬਾਕੀ ਲੋਕ ਸਾਨੂੰ ਕਰਮਕਾਂਡ ਸਿਖਾਉਂਦੇ ਨੇ। ਫਿਰ ਗੁਰੂ ਦੇ ਗਿਆਨ ਵਾਲਾ ਇਨਸਾਨ ਕੀ ਕਰਦਾ ਹੈ? ਸੱਚ ਬੀਜੈ ਸੱਚ ਉਗਵੈ, ਦਰਗਾਹ ਪਾਈਏ ਥਾਉ। ਜੋ ਇਨਸਾਨ ਆਪਣੇ ਅੰਦਰ ਸੱਚ ਬੀਜਦਾ ਹੈ ਉਹਦੇ ਅੰਦਰ ਸੱਚ ਹੀ ਪ੍ਰਫੁੱਲਤ ਹੁੰਦਾ ਹੈ ਤੇ ਉਹ ਰੱਬੀ ਦਰਗਾਹ ਦੇ ਅੰਦਰ ਥਾਂ ਪਾ ਲੈਂਦਾ ਹੈ। ਤਾਂ ਇਸ ਲਈ ਸਾਨੂੰ ਸੱਚ ਦਾ ਬੀਜ ਬੀਜਣਾ ਚਾਹੀਦਾ ਹੈ। ਭਾਵ ਮਨ, ਬਚਨ ਔਰ ਕਰਮ ਕਰਕੇ ਜੇ ਕੋਈ ਇਨਸਾਨ ਸੱਚੇ ਕਰਮ ਕਰੇਗਾ ਤਾਂ ਰੱਬੀ ਦਰਗਾਹ ਦੇ ਵਿੱਚ ਮਾਣ ਪਾ ਲਵੇਗਾ। ਹੁਕਮ ਰਜ਼ਾਈ ਚੱਲਣਾ। ਵੇਦ ਵਪਾਰੀ ਗਿਆਨ ਰਾਸ ਕਰਮੀ ਪੱਲੇ ਹੋਏ। ਹੁਣ ਇੱਥੇ ਗੁਰੂ ਜੀ ਕਹਿੰਦੇ ਨੇ ਵੇਦ ਵਪਾਰੀ, ਵਪਾਰ ਦੀਆਂ ਗੱਲਾਂ ਕਰਨ ਵਾਲਾ। ਰਾਸ ਦਾ ਮਤਲਬ ਅਮਲ ਪੂੰਜੀ, ਕਰਮੀ ਪ੍ਰਭੂ ਦੀ ਮਿਹਰ ਦੇ ਨਾਲ। ਤਾਂ ਵੇਦ ਤਾਂ ਨਿਰਾ ਵਪਾਰੀ ਹੈ। ਭਾਵ ਕਿ ਵੇਦ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਜੋ ਪੁਜਾਰੀ ਲੋਕ ਨੇ ਉਹ ਤਾਂ ਵਪਾਰ ਕਰਨ ਲੱਗ ਜਾਂਦੇ ਨੇ, ਉਹਨਾਂ ਨੂੰ ਵਪਾਰ ਬਣਾ ਲੈਂਦੇ ਨੇ। ਅਸਲ ਚੀਜ਼ ਗਿਆਨ ਹੈ, ਰਾਸ ਪੂੰਜੀ, ਜਿਸ ਨੂੰ ਵੇਦ ਆਪਣੀ ਪੂੰਜੀ ਬਣਾ ਕੇ ਵਰਤਦਾ ਹੈ। ਮੈਂ ਤੁਹਾਨੂੰ ਜੋ ਸ਼ਬਦਾਰਥੀ ਵਿਦਵਾਨ ਨੇ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਰਾਹੀਂ ਪ੍ਰਕਾਸ਼ਿਤ 4 ਪੋਥੀਆਂ ਲਿਖੀਆਂ ਨੇ, ਉਹ ਇਸ ਦਾ ਅਰਥ ਕਰ ਰਹੇ ਨੇ ਵੇਦ ਵਪਾਰੀ ਗਿਆਨ ਰਾਸ ਕਰਮੀ ਪੱਲੇ ਹੋਏ। ਵੇਦ ਤਾਂ ਨਿਰਾ ਵਪਾਰੀ ਹੈ, ਅਸਲ ਚੀਜ਼ ਗਿਆਨ ਹੈ ਜਿਸ ਨੂੰ ਵੇਦ ਆਪਣੀ ਪੂੰਜੀ ਬਣਾ ਕੇ ਵਰਤਦਾ ਹੈ। ਭਾਵ ਵੇਦ ਦੇ ਪਾਸ ਆਪਣਾ ਕੁਝ ਨਹੀਂ, ਹਰੀ ਗਿਆਨ ਹੀ ਇਸ ਵਿੱਚ ਮੂਲ ਵਸਤੂ ਹੈ ਜੋ ਮਨੁੱਖ ਨੂੰ ਹਰੀ ਦੀ ਮਿਹਰ ਕਰਕੇ ਮਿਲਦੀ ਹੈ। ਭਾਈ ਸਾਹਿਬ ਸਿੰਘ ਜੀ ਇਸ ਦਾ ਅਰਥ ਇਸ ਤਰ੍ਹਾਂ ਕਰ ਰਹੇ ਨੇ ਕਿ ਸੋ ਪਾਪ ਤੇ ਪੁੰਨ ਦੇ ਫਲ ਦੱਸ ਕੇ ਵੇਦ ਵਪਾਰ ਦੀਆਂ ਗੱਲਾਂ ਕਰਦਾ ਹੈ ਕਿ ਪਾਪ ਕਰੋਗੇ ਤੇ ਨਰਕ ਮਿਲੇਗਾ, ਪੁੰਨ ਕਰੋਗੇ ਤੇ ਸਵਰਗ ਮਿਲੇਗਾ। ਪਰ ਅਸਲ ਮਨੁੱਖ ਲਈ ਅਸਲ ਰਾਸ ਪੂੰਜੀ ਪ੍ਰਭੂ ਦੇ ਗੁਣਾਂ ਦਾ ਗਿਆਨ ਹੈ।
ਤੇ ਇਹ ਗਿਆਨ ਪ੍ਰਭੂ ਦੀ ਮਿਹਰ ਦੇ ਨਾਲ ਮਿਲਦਾ ਹੈ। ਗਿਆਨ ਦੇ ਅੰਦਰ ਜੋ ਰੱਬੀ ਗੁਣ ਨੇ, ਇਹਨਾਂ ਦੇ ਅੰਦਰ ਕੋਈ ਵਪਾਰ ਵਾਲੀ ਬਿਰਤੀ ਨਹੀਂ ਹੈ। ਤਾਂ ਅਸਲ ਜੋ ਵਸਤੂ ਹੈ ਉਹ ਹੈ ਗੁਰੂ ਦਾ ਗਿਆਨ, ਜਿਸ ਤਰ੍ਹਾਂ ਹੀ ਸਾਨੂੰ ਅਸਲੀ ਰੱਬੀ ਗੁਣਾਂ ਦੀ ਪੂੰਜੀ ਮਿਲਦੀ ਹੈ। ਨਾਨਕ ਰਾਸ਼ੀ ਬਾਹਰਾ ਲੱਦ ਨਾ ਚੱਲਿਆ ਕੋਏ। ਬਾਹਰਾ ਦਾ ਮਤਲਬ ਸਖਣਾ, ਲੱਦ ਦਾ ਮਤਲਬ ਲੱਦ ਕੇ, ਨਫਾ ਖੱਟ ਕੇ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਇਸ ਗਿਆਨ ਰੂਪ ਪੂੰਜੀ ਤੋਂ ਬਿਨਾ ਕੋਈ ਵੀ ਮਨੁੱਖ ਨਫਾ ਖੱਟ ਕੇ ਨਹੀਂ ਜਾਂਦਾ। ਤਾਂ ਇਹ ਸਾਰੇ ਸ਼ਲੋਕਾਂ ਦਾ ਜਿਹੜਾ ਭਾਵ ਹੈ ਉਹਨੂੰ ਇੱਕ ਵਾਰੀ ਫਿਰ ਸਮਝ ਲੈਣਾ ਕਿ ਜਿੰਨੇ ਵੀ ਕਰਮ ਕਾਂਡ ਦੱਸਣ ਵਾਲੇ ਧਰਮ ਗ੍ਰੰਥ ਨੇ, ਔਰ ਬੰਦਾ ਉਹਨਾਂ ਨੂੰ ਪੜ੍ਹ ਕੇ ਕਰਮ ਕਾਂਡ ਕਰਦਾ ਹੈ, ਨਰਕ ਸਵਰਗ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ, ਔਰ ਉਹਨੂੰ ਮਿਲਦਾ ਜਿਹੜਾ ਹੈ ਕੁਝ ਵੀ ਨਹੀਂ। ਕਰਮ ਕਾਂਡਾਂ ਦੇ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇੱਕ ਨਿਰਾ ਵਪਾਰ ਹੈ ਜੋ ਪੁਜਾਰੀ ਵਰਗ ਦਾ ਹੈ, ਜੋ ਲਾਲਚ ਪਾਉਂਦਾ ਹੈ ਕਿ ਜੇ ਤੁਸੀਂ ਦਾਨ ਪੁੰਨ ਕਰੋਗੇ ਤਾਂ ਤੁਹਾਨੂੰ ਮਰਨ ਤੋਂ ਬਾਅਦ ਸਵਰਗ ਮਿਲੇਗਾ, ਜੋ ਡਰਾਉਂਦਾ ਹੈ ਕਿ ਜੇ ਤੁਸੀਂ ਇਹ ਪੁੰਨ ਆਦਿਕ ਨਹੀਂ ਕਰੋਗੇ ਤਾਂ ਨਰਕ ਦੇ ਵਿੱਚ ਪੈ ਜਾਓਗੇ। ਇਹ ਇੱਕ ਸਿਰਫ ਵਪਾਰ ਹੈ, ਹੋਰ ਕੁਝ ਨਹੀਂ। ਅਸਲੀ ਜੋ ਰਾਸ ਪੂੰਜੀ ਹੈ ਉਹ ਹੈ ਗੁਰੂ ਦਾ ਸੱਚਾ ਗਿਆਨ। ਗੁਰੂ ਦੇ ਗਿਆਨ ਰਾਹੀਂ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ, ਰੱਬੀ ਰਜ਼ਾ ਵਿੱਚ ਤੁਰਨਾ ਔਰ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨਾ, ਇਹ ਜੀਵਨ ਦੀ ਸੱਚੀ ਸੁੱਚੀ ਰਾਸ ਪੂੰਜੀ ਹੈ। ਇਹਦੇ ਰਾਹੀਂ ਹੀ ਬਖਸ਼ਿਸ਼ ਔਰ ਕਿਰਪਾ ਦੇ ਪਾਤਰ ਬਣ ਕੇ ਰੱਬੀ ਦਰ ਤੇ ਪ੍ਰਵਾਨ ਹੋਇਆ ਜਾ ਸਕਦਾ ਹੈ। ਪੌੜੀ। ਨਿੰਮ ਬਿਰਖ ਬਹੁ ਸੰਚੀਐ, ਅੰਮ੍ਰਿਤ ਰਸ ਪਾਇਆ। ਹੁਣ ਇੱਥੇ ਸਾਨੂੰ ਸਮਝਾ ਰਹੇ ਨੇ ਸੁਭਾਅ ਦੀ ਗੱਲ, ਕਿ ਬਹੁਤ ਸਾਰੇ ਲੋਕ ਨੇ ਉਹ ਆਪਣੇ ਸੁਭਾਅ ਨੂੰ ਬਦਲਦੇ ਨਹੀਂ, ਬਦਲਣਾ ਹੀ ਨਹੀਂ ਚਾਹੁੰਦੇ। ਤੇ ਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਮਿਸਾਲਾਂ ਦੇ ਕੇ ਥੋੜੀਆਂ ਜੀਆਂ। ਨਿੰਮ ਬਿਰਖ, ਬਿਰਖ ਦਾ ਮਤਲਬ ਰੁੱਖ, ਸੰਚੀਏ ਦਾ ਮਤਲਬ ਸਿੰਜੀਏ, ਯਾਨੀ ਉਹਦੀਆਂ ਜੜ੍ਹਾਂ ਦੇ ਵਿੱਚ ਕੁਝ ਪਾਈਏ, ਪਾਇਆ ਦਾ ਮਤਲਬ ਪਾਏ, ਪਾ ਕੇ। ਜੇ ਨਿੰਮ ਦੇ ਰੁੱਖ ਨੂੰ ਅੰਮ੍ਰਿਤ ਰਸ ਪਾ ਕੇ ਵੀ ਬਹੁਤ ਸਿੰਚੀਏ, ਯਾਨੀ ਨਿੰਮ ਦੇ ਰੁੱਖ ਦੀਆਂ ਜੜ੍ਹਾਂ ਦੇ ਵਿੱਚ ਅੰਮ੍ਰਿਤ ਪਾਈਏ, ਅੰਮ੍ਰਿਤ ਦੇ ਨਾਲ ਉਹਦੀ ਸਿੰਚਾਈ ਕਰੀਏ, ਤਾਂ ਵੀ ਨਿੰਮ ਦੀ ਕੁੜੱਤਣ ਨਹੀਂ ਜਾਂਦੀ। ਬੇਸ਼ੱਕ ਤੁਸੀਂ ਖੰਡ ਦਾ ਸ਼ਰਬਤ ਘੋਲ ਕੇ ਪਾਈ ਜਾਓ ਨਿੰਮ ਦੀਆਂ ਜੜ੍ਹਾਂ 'ਚ, ਮਿਸ਼ਰੀ ਘੋਲ ਕੇ ਪਾਈ ਜਾਓ, ਅੰਮ੍ਰਿਤ ਪਾਈ ਜਾਓ, ਤਾਂ ਨਿੰਮ ਦੀ ਕੁੜੱਤਣ ਨਹੀਂ ਜਾਣੀ। ਉਹਨੇ ਜਿਹੜਾ ਜ਼ਮੀਨ ਦੇ ਵਿੱਚੋਂ ਖਿੱਚਣਾ ਹੈ, ਉਹਦੀਆਂ ਜੜ੍ਹਾਂ 'ਚੋਂ ਕੁੜੱਤਣ ਹੀ ਜਾਣੀ ਹੈ। ਉਹਨੂੰ ਅੰਮ੍ਰਿਤ ਨਾਲ ਤੇ ਤੁਹਾਡੇ ਮਿਠਾਸ ਨਾਲ ਕੋਈ ਲੈਣਾ ਦੇਣਾ ਨਹੀਂ, ਜਿੰਨਾ ਮਰਜ਼ੀ ਪਾਈ ਜਾਓ। ਬਿਸੀਅਰ ਮੰਤਰ ਵਿਸਾਹੀ ਹੈ, ਬਹੁ ਦੂਧ ਪਿਆਇਆ। ਬਿਸੀਅਰ ਦਾ ਮਤਲਬ ਸੱਪ, ਮੰਤਰ ਦਾ ਮਤਲਬ ਮੰਤਰ ਨਾਲ, ਵਿਸਾਈਏ ਦਾ ਮਤਲਬ ਇਤਬਾਰ ਕਰੀਏ, ਬਹੁ ਦੂਧ ਪਿਆਇਆ ਦਾ ਮਤਲਬ ਬਹੁਤ ਸਾਰਾ ਦੁੱਧ ਜੇਕਰ ਪਿਆਈਏ। ਤਾਂ ਗੁਰੂ ਜੀ ਕਹਿੰਦੇ ਨੇ, ਜੇ ਬਹੁਤ ਦੁੱਧ ਪਿਆ ਕੇ, ਮੰਤਰ ਪੜ ਕੇ ਸੱਪ ਨੂੰ ਆਪਣਾ ਇਤਬਾਰੀ ਬਣਾਈਏ ਕਿ ਅਸੀਂ ਤੇ ਮੰਤਰ ਜੰਤਰ ਪੜ ਲਿਆ, ਮੰਤਰਾਂ ਨਾਲ ਇਹਨੂੰ ਕਾਬੂ ਕਰ ਲਿਆ, ਇਹਨੂੰ ਅਸੀਂ ਦੁੱਧ ਰੋਜ਼ ਪਿਆ ਰਹੇ ਹਾਂ, ਤੇ ਵਿਸ਼ਵਾਸ ਕਰੀਏ ਤੇ ਹੁਣ ਇਹ ਡੰਗ ਨਹੀਂ ਮਾਰੇਗਾ, ਤਾਂ ਗੁਰੂ ਜੀ ਕਹਿੰਦੇ ਨੇ ਸੱਪ ਫਿਰ ਵੀ ਡੰਗ ਮਾਰੇਗਾ। ਸੱਪ ਫਿਰ ਵੀ ਡੰਗ ਮਾਰੇਗਾ ਜੇ ਵਿਸ਼ਵਾਸ ਕਰ ਲਓ ਤੁਸੀਂ ਕਿ ਅਸੀਂ ਮੰਤਰ ਮਾਰ ਲੈਣੇ। ਤਾਂ ਇੱਥੋਂ ਵੀ ਸਾਨੂੰ ਸਮਝ ਆ ਰਹੀ ਹੈ ਕਿ ਮੰਤਰ ਜੰਤਰ ਕੁਛ ਨਹੀਂ ਹੁੰਦੇ। ਪਰ ਜੇ ਕੋਈ ਮੰਤਰ ਪੜ ਲਵੇ ਕਿ ਮੈਂ ਤੇ ਸੱਪ ਵਾਲਾ ਮੰਤਰ ਪੜ ਲਿਆ ਹੈ, ਮੈਂ ਸੱਪ ਨੂੰ ਦੁੱਧ ਵੀ ਪਿਆਨਾ ਵਾਂ, ਤੇ ਹੁਣ ਜਿਹੜਾ ਇਹ ਸੱਪ ਹੈ ਇਹਦੇ ਅੰਦਰ ਜ਼ਹਿਰ ਨਹੀਂ ਬਣੇਗਾ, ਇਹ ਡੰਗ ਨਹੀਂ ਮਾਰੇਗਾ, ਤਾਂ ਸੱਪ ਨੇ ਫਿਰ ਵੀ ਡੰਗ ਮਾਰਨਾ ਹੈ, ਉਹਦੇ ਅੰਦਰ ਫਿਰ ਵੀ ਜ਼ਹਿਰ ਹੀ ਪੈਦਾ ਹੋਏਗਾ। ਹੁਣ ਅਗਲੀ ਗੱਲ ਕਰਦੇ ਨੇ, ਮਨਮੁਖ ਅਭਿੰਨ ਨਾ ਭਿੱਜਈ, ਪੱਥਰ ਨਾ ਵਾਇਆ। ਮਨਮੁਖ ਦਾ ਮਤਲਬ ਮਨ ਦੇ ਪਿੱਛੇ ਤੁਰਨ ਵਾਲਾ, ਅਭਿੱਜ ਦਾ ਮਤਲਬ ਜਿਹੜਾ ਭਿੱਜਦਾ ਨਹੀਂ, ਪੱਥਰ ਨਾ ਵਾਇਆ ਦਾ ਮਤਲਬ ਜਿਵੇਂ ਪੱਥਰ ਨੂੰ ਨਵਾਈਏ, ਜਿਵੇਂ ਪੱਥਰ ਨੂੰ ਇਸ਼ਨਾਨ ਕਰਾਈਏ ਤਾਂ ਉਹ ਕੋਰੇ ਦਾ ਕੋਰਾ ਹੈ, ਥੋੜੀ ਦੇਰ ਬਾਅਦ ਉਹਨੇ ਫਿਰ ਸੁੱਕ ਜਾਣਾ। ਪੱਥਰ ਦੇ ਵਿੱਚ ਪਾਣੀ ਥੋੜਾ ਜਾਣਾ ਹੈ। ਹੁਣ ਜਿਹੜੇ ਦਰਿਆਵਾਂ ਦੇ ਵਿੱਚ ਪੱਥਰ ਪਏ ਨੇ ਸੈਂਕੜੇ ਸਾਲਾਂ ਤੋਂ, ਉਹਨਾਂ ਨੂੰ ਬਾਹਰ ਕੱਢੋ ਤੇ ਥੋੜੀ ਦੇਰ ਬਾਅਦ ਉਹਨਾਂ ਨੇ ਸੁੱਕ ਜਾਣਾ, ਉਹਦਾ ਤੇ ਪਾਣੀ ਦਾ ਕੋਈ ਅਸਰ ਨਹੀਂ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਨੇ, ਜੋ ਮਨ ਦੇ ਪਿੱਛੇ ਤੁਰਨ ਵਾਲਾ ਆਪ ਖੁਦਰਾ ਮਨੁੱਖ ਹੈ ਨਾ, ਸੇਮ ਉਹਦਾ ਹਾਲ ਹੈ। ਮਨਮੁਖ ਕੋਰੇ ਦਾ ਕੋਰਾ ਹੀ ਰਹਿੰਦਾ ਹੈ, ਕਦੇ ਉਹਦਾ ਦਿਲ ਭੇਜਦਾ ਨਹੀਂ। ਜਿਵੇਂ ਨਿੰਮ ਦੇ ਬਾਹਰ ਉਹਦੀਆਂ ਜੜ੍ਹਾਂ ਵਿੱਚ ਜੇ ਤੁਸੀਂ ਅੰਮ੍ਰਿਤ ਵੀ ਪਾਈ ਜਾਓ ਤਾਂ ਉਹਦੇ ਅੰਦਰ ਦੀ ਕੁੜੱਤਣ ਨਹੀਂ ਮੁੱਕਣੀ। ਸੱਪ ਨੂੰ ਬੇਸ਼ੱਕ ਦੁੱਧ ਵੀ ਪਿਆਈ ਜਾਓ, ਬਾਹਰੋਂ ਮੰਤਰ ਵੀ ਪੜੀ ਜਾਓ, ਉਹਨੇ ਤੁਹਾਨੂੰ ਡੰਗ ਮਾਰਨਾ ਹੀ ਮਾਰਨਾ। ਤੇ ਜੇ ਮਨਮੁਖ ਨੂੰ ਬਾਹਰੋਂ ਸਮਝਾਈ ਜਾਓ, ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ
ਤੁਸੀਂ ਕੱਪੜੇ ਪਵਾ ਦਿਓ, ਧਾਰਮਿਕ ਚਿੰਨ੍ਹ ਪਵਾ ਦਿਓ, ਉਹਨੇ ਅੰਦਰੋਂ ਖੋਟੇ ਦਾ ਖੋਟਾ ਹੀ ਰਹਿਣਾ, ਜਿਹੜਾ ਆਪ ਖੁਦਰਾ ਮਨੁੱਖ ਹੈ। ਬਿਖ ਮਹਿ ਅੰਮ੍ਰਿਤ ਸਿੰਚੀਐ, ਬਿਖ ਕਾ ਫਲ ਪਾਇਆ। ਬਿਖ ਦਾ ਮਤਲਬ ਜ਼ਹਿਰ, ਸਿੰਚੀਏ ਦਾ ਮਤਲਬ ਸਿੰਜੀਏ। ਜੇ ਜ਼ਹਿਰ ਵਿੱਚ ਅੰਮ੍ਰਿਤ ਪਾ ਦਈਏ ਤਾਂ ਵੀ ਉਹ ਅੰਮ੍ਰਿਤ ਨਹੀਂ ਬਣ ਜਾਂਦਾ, ਜ਼ਹਿਰ ਨੇ ਫਿਰ ਵੀ ਜ਼ਹਿਰ ਹੀ ਰਹਿਣਾ। ਜੇ ਸਾਈਨਾਈਡ ਦੇ ਅੰਦਰ ਤੁਸੀਂ ਹੁਣ ਖੰਡ ਦੇ ਵਿੱਚ, ਸ਼ਰਬਤ ਦੇ ਵਿੱਚ, ਮਿਸ਼ਰੀ ਦੇ ਸ਼ਰਬਤ ਵਿੱਚ ਪਾ ਕੇ ਸਾਈਨਾਈਡ ਪੀ ਲਓ ਤੇ ਉਹਨੇ ਕੋਈ ਮਿੱਠੀ ਥੋੜੀ ਹੋ ਜਾਣਾ ਹੈ, ਉਹਨੇ ਕੋਈ ਮਤਲਬ ਅੰਮ੍ਰਿਤ ਥੋੜੀ ਬਣ ਜਾਣਾ। ਜ਼ਹਿਰ ਦੇ ਵਿੱਚ ਵੀ ਜੇ ਅੰਮ੍ਰਿਤ ਪਾਓਗੇ ਤਾਂ ਜ਼ਹਿਰ ਨੇ ਜ਼ਹਿਰ ਹੀ ਰਹਿਣਾ, ਉਹਨੇ ਅੰਮ੍ਰਿਤ ਨਹੀਂ ਬਣ ਜਾਣਾ। ਲੇਕਿਨ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਕੋਈ ਮਨਮੁਖ ਹੈ, ਆਪ ਖੁਦਰਾ ਹੈ, ਵਿਸ਼ੇ ਵਿਕਾਰਾਂ ਵਿੱਚ ਫਸਿਆ ਹੈ, ਤਾਂ ਕੀ ਸਾਰੀ ਜ਼ਿੰਦਗੀ ਫਿਰ ਉਹਦੀ ਉਵੇਂ ਹੀ ਗੁਜ਼ਰੇਗੀ? ਕਿ ਉਹਦੇ ਸੁਧਾਰ ਦਾ ਕੋਈ ਚਾਂਸ ਨਹੀਂ ਹੈ? ਤਾਂ ਗੁਰੂ ਜੀ ਕਹਿੰਦੇ ਨੇ ਹੈ, ਚਾਂਸ ਹੈ, ਬੰਦਾ ਬਚ ਸਕਦਾ ਹੈ। ਕਿਵੇਂ? ਨਾਨਕ ਸੰਗਤ ਮੇਲ ਹਰ ਸਭ ਬਿਖ ਲਹਿ ਜਾਇਆ। ਕਿ ਜੇ ਪ੍ਰਭੂ ਗੁਰਮੁਖਾਂ ਦੀ ਸੰਗਤ ਮੇਲੇ, ਗੁਰੂ ਦੀ ਸੰਗਤ ਵਿੱਚ ਬੰਦਾ ਆ ਜਾਏ ਤਾਂ ਮਨ ਵਿੱਚੋਂ ਮਾਇਆ ਦੇ ਮੋਹ ਦਾ ਜ਼ਹਿਰ ਜਿਹੜਾ ਉਤਰ ਸਕਦਾ ਹੈ। ਜੇ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਲੈ, ਮੀਨਸ ਆਪਣੇ ਮਨ ਦੀ ਮੱਤ ਤਿਆਗ ਕੇ ਜੇ ਗੁਰੂ ਦੀ ਮੱਤ ਦਾ ਧਾਰਨੀ ਹੋ ਜਾਏ, ਤਾਂ ਫਿਰ ਅੰਦਰ ਦੀ ਜ਼ਹਿਰ ਖਤਮ ਹੋ ਸਕਦੀ ਹੈ, ਕਿਸੇ ਕਰਮ ਕਾਂਡ ਨਾਲ ਨਹੀਂ, ਕਿਸੇ ਕਰਮ ਕਾਂਡ ਦੇ ਨਾਲ ਨਹੀਂ ਹੋ ਸਕਦੀ। ਵਰਤ ਰੱਖੀ ਜਾਓ, ਨਰਾਤੇ ਕਰੀ ਜਾਓ, ਤੀਰਥਾਂ ਤੇ ਨਹਾਈ ਜਾਓ, ਜਪ ਜਪੀ ਜਾਓ, ਪਰ ਸੋਚ ਨਹੀਂ ਬਦਲਦੀ। ਸੋਚ ਤਾਂ ਬਦਲੇਗੀ ਜੇ ਗੁਰੂ ਦੇ ਗਿਆਨ ਨੂੰ ਬੰਦਾ ਮਨ ਵਿੱਚ ਵਸਾਏਗਾ। ਤਾਂ ਇਹਦਾ ਮਤਲਬ ਹਰ ਇਨਸਾਨ ਦੇ ਅੰਦਰ ਪੋਸੀਬਿਲਿਟੀ ਹੈ, ਸੰਭਾਵਨਾ ਹੈ, ਬੰਦਾ ਚੰਗਾ ਹੋ ਸਕਦਾ ਹੈ, ਮਾੜੇ ਤੋਂ ਮਾੜਾ ਬੰਦਾ ਵੀ ਚੰਗਾ ਹੋ ਸਕਦਾ ਹੈ, ਜੇ ਉਹ ਤਿਆਰ ਹੋ ਜਾਏ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣ ਵਾਸਤੇ। ਤਾਂ ਫਿਰ ਅੰਦਰ ਦੀ ਜਿਹੜੀ ਜ਼ਹਿਰ ਹੈ, ਵਿਸ਼ੇ ਵਿਕਾਰਾਂ ਦੀ, ਈਰਖਾ ਦੀ, ਦੁਐਸ਼ ਦੀ, ਹੰਕਾਰ ਦੀ, ਕ੍ਰੋਧ ਦੀ, ਲੈ ਸਕਦੀ ਹੈ, ਸੰਭਾਵਨਾ ਹੈ। ਸ਼ਲੋਕ ਮਹਿਲਾ ਪਹਿਲਾ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ। ਮਰਨ ਦਾ ਮਤਲਬ ਮੌਤ ਨੇ, ਮੂਰਤ ਦਾ ਮਤਲਬ ਹੈ ਮਹੂਰਤ, ਵਾਰ ਦਾ ਮਤਲਬ ਹਫਤੇ ਦਾ ਕੋਈ ਦਿਨ। ਮੌਤ ਨੇ ਕਦੇ ਵੀ ਮਹੂਰਤ ਨਹੀਂ ਪੁੱਛਿਆ ਕਿ ਕਿਹੜਾ ਮਹੂਰਤ ਠੀਕ ਰਹੇਗਾ, ਕਿਹੜਾ ਸਮਾਂ ਮਰਨ ਲਈ ਠੀਕ ਹੈ। ਨਾ ਜਨਮ ਮਹੂਰਤ ਪੁੱਛਦਾ ਹੈ, ਨਾ ਮੌਤ ਮਹੂਰਤ ਪੁੱਛਦੀ ਹੈ। ਬਸ ਬਾਕੀ ਭਰਮੀ ਲੋਕ ਜਿਹੜੇ ਨੇ ਸਾਰੀ ਜ਼ਿੰਦਗੀ ਮਹੂਰਤ ਪੁੱਛਦੀ ਲੰਘਾ ਦਿੰਦੇ ਨੇ ਕਿ ਸਕੂਲੇ ਜਾਣ ਲਈ ਕਿਹੜਾ ਦਿਨ ਠੀਕ ਹੈ, ਹਲਵਾਨ ਲਈ ਕਿਹੜਾ ਦਿਨ ਠੀਕ ਹੈ, ਸੌਣ ਲਈ ਕੀ, ਯਾਨੀ ਮਹੂਰਤ ਆਮ ਲੋਕ ਪੁੱਛਦੇ ਫਿਰਦੇ ਨੇ। ਨਾ ਜਨਮ ਮਹੂਰਤ ਪੁੱਛਦਾ ਹੈ ਤੇ ਨਾ ਮੌਤ ਮਹੂਰਤ ਪੁੱਛਦੀ ਹੈ। ਮੌਤ ਨੇ ਕਦੇ ਮਹੂਰਤ ਨਹੀਂ ਪੁੱਛਿਆ, ਕਦੇ ਇਹ ਗੱਲ ਨਹੀਂ ਪੁੱਛੀ ਕਿ ਅੱਜ ਕਿਹੜੀ ਥਿਤ ਤੇ ਕਿਹੜੀ ਵਾਰ ਹੈ, ਵੀ ਕਿਹੜਾ ਵਾਰ ਚੰਗਾ ਰਹੇਗਾ ਮਰਨ ਲਈ। ਮੌਤ ਨਹੀਂ ਪੁੱਛਦੀ, ਮੌਤ ਨੇ ਆ ਜਾਣਾ ਹੁੰਦਾ ਹੈ। ਤੇ ਯਾਦ ਰੱਖਣਾ, ਜੇ ਸੱਚ ਦੇ ਨਾਲੋਂ ਬੰਦਾ ਟੁੱਟ ਜਾਏ ਨਾ, ਤੇ ਆਤਮਕ ਮੌਤ ਵੀ ਸਮਾਂ ਨਹੀਂ ਪੁੱਛਦੀ, ਬੰਦਾ ਮਰ ਹੀ ਜਾਂਦਾ ਆਤਮਕ ਮੌਤ। ਇਕਨੀ ਲੱਦਿਆ ਇੱਕ ਲੱਦ ਚੱਲੇ, ਇਕਨੀ ਬੱਧੇ ਭਾਰ। ਇੱਕ ਦਾ ਮਤਲਬ ਕਈ, ਕਈ ਜੀਵਾਂ ਨੇ ਇਥੋਂ ਤੁਰਨ ਲਈ ਮਾਨੋ ਆਪਣਾ ਸਮਾਨ ਲੱਦ ਲਿਆ, ਕਈ ਲੱਦ ਕੇ ਤੁਰ ਪਏ ਨੇ, ਔਰ ਕਈ ਜੀਵਾਂ ਨੇ ਸਮਾਨ ਦੇ ਭਾਰ ਬੰਨ ਲਏ ਨੇ। ਇਹ ਸਾਰੀ ਪੰਕਤੀ ਦਾ ਭਾਵ ਹੈ ਕਿ ਸਾਰਿਆਂ ਦੇ ਸਿਰ ਦੇ ਉੱਤੇ ਮੌਤ ਕੂਕ ਰਹੀ ਹੈ। ਹਰ ਬੰਦਾ ਮੌਤ ਦੀ ਗ੍ਰਿਫਤ ਦੇ ਅੰਦਰ ਹੈ, ਹਰ ਬੰਦਾ ਮੌਤ ਵਾਲੇ ਪਾਸੇ ਵੱਧ ਰਿਹਾ ਹੈ। ਇੱਥੇ ਤਿੰਨ ਚੀਜ਼ਾਂ ਹੋ ਰਹੀਆਂ ਨੇ, ਨਿਕਾਸ, ਵਿਕਾਸ ਔਰ ਵਿਨਾਸ਼। ਜਦੋਂ ਕਿਸੇ ਬੀਜ ਦੇ ਅੰਦਰੋਂ ਨਿਕਾਸ ਹੁੰਦਾ ਨਾ, ਅੰਕੁਰ ਨਿਕਲਦਾ ਹੈ, ਉਹਨੂੰ ਕਹਿੰਦੇ ਨੇ ਨਿਕਾਸ। ਤੇ ਉਹ ਨਿਕਾਸ ਉਹਦੇ ਵਿਕਾਸ ਦਾ ਕਾਰਨ ਬਣਦਾ ਹੈ, ਤੇ ਉਹਦਾ ਵਿਕਾਸ ਹੀ ਉਹਦੇ ਵਿਨਾਸ਼ ਦਾ ਕਾਰਨ ਬਣਦਾ ਹੈ। ਜੇਕਰ ਨਿਕਾਸ ਨਾ ਹੁੰਦਾ ਤੇ ਉਹਦਾ ਵਿਨਾਸ਼ ਵੀ ਨਹੀਂ ਸੀ ਹੋਣਾ। ਨਿਕਾਸ ਹੋਇਆ, ਹੁਣ ਮੈਂ ਕਿਉਂ ਮਰਾਂਗਾ? ਮੈਂ ਤਾਂ ਮਰਾਂਗਾ ਕਿਉਂਕਿ ਮੈਂ ਜੰਮਿਆ ਹਾਂ। ਜੇ ਮੈਂ ਜੰਮਿਆ ਨਾ ਹੁੰਦਾ, ਮੈਂ ਮਰਨਾ ਹੀ ਨਹੀਂ ਸੀ। ਮੈਂ ਜੰਮਿਆ, ਮੇਰਾ ਵਿਕਾਸ ਹੋਇਆ, ਬੱਚਾ, ਬੱਚੇ ਤੋਂ ਜਵਾਨ, ਕਿਸ਼ੋਰ, ਬਜ਼ੁਰਗ, ਹੁਣ ਬੁੱਢੇ ਤੋਂ ਬਾਅਦ ਮਰ ਜਾਣਾ। ਤਾਂ ਗੁਰੂ ਜੀ ਇੱਥੇ ਸਾਨੂੰ ਇਹ ਸਮਝਾ ਰਹੇ ਨੇ ਕਿ ਹਰ ਇਨਸਾਨ ਮੌਤ ਵਾਲੇ ਪਾਸੇ ਵੱਧ ਰਿਹਾ ਹੈ। ਇੱਕ ਨਾ ਹੋਈ ਸਾਖਤੀ, ਇੱਕ ਨਾ ਹੋਈ ਸਾਰ। ਸਾਖਤੀ ਦਾ ਮਤਲਬ ਘੋੜੇ ਦੀ ਪੂਛ ਵਿੱਚ ਪਾਉਣ ਵਾਲਾ ਚਮੜੇ ਦਾ ਰੱਸਾ, ਜਿਸ ਤੇ ਪਾਉਣ ਨਾਲ ਘੋੜਾ ਤੁਰਨ ਲਈ ਤਿਆਰ ਹੁੰਦਾ ਹੈ। ਸਾਖਤੀ ਦਾ ਮਤਲਬ ਘੋੜੇ ਦੀ ਪੂਛ ਵਿੱਚ ਪਾਉਣ ਵਾਲਾ ਇੱਕ ਗੋਲ ਜਿਹਾ ਚਮੜੇ ਦਾ ਰੱਸਾ, ਜੋ ਤੁਰਨ ਵੇਲੇ ਪਾਈਦਾ ਹੈ, ਭਾਵੇਂ ਕਾਠੀ ਪਹਿਲਾਂ ਹੀ ਪਾਈ ਹੋਵੇ।
ਪਰ ਫਿਰ ਵੀ ਸਾਖਤੀ ਪਾ ਦਈ ਦੀ, ਜਿਸ ਕਰਕੇ ਕਾਠੀ ਅੱਗੇ ਪਿੱਛੇ ਨਹੀਂ ਹੁੰਦੀ। ਸਾਖਤੀ ਦਾ ਮਤਲਬ ਇੱਥੇ ਹੈਗਾ ਤਿਆਰੀ, ਤੇ ਸਾਰ ਦਾ ਮਤਲਬ ਸਾਰ ਹੋਈ, ਤੁਰਨ ਦਾ ਸੱਦਾ ਆ ਗਿਆ। ਕਈ ਜੀਵਾਂ ਦੀ ਤਿਆਰੀ ਹੋਈ ਪਈ ਹੈ ਤੇ ਕਈ ਜੀਵਾਂ ਨੂੰ ਤੁਰਨ ਦੇ ਸੱਦੇ ਆ ਰਹੇ ਨੇ। ਹੁਣ ਕਈ ਤੇ ਪਏ ਹੋਏ ਨੇ ਪਿਆ, ਹੁਣ ਘੜੀ ਪਲ ਦੇ ਵਿੱਚ ਇਹਨੇ ਮਰ ਜਾਣਾ, ਤੇ ਕਈਆਂ ਦੀ ਤਿਆਰੀ ਹੈ, ਕਈਆਂ ਨੂੰ ਸੱਦੇ ਆ ਰਹੇ ਨੇ। ਭਾਵ ਇਸ ਦੁਨੀਆ ਤੋਂ ਜਿਹੜੇ ਜੀਵ ਨੇ, ਮਨੁੱਖ ਮਾਤਰ ਨੇ, ਉਹ ਤੁਰਦੇ ਜਾ ਰਹੇ ਨੇ, ਸਰੀਰਕ ਮੌਤ ਹੁੰਦੀ ਜਾ ਰਹੀ ਹੈ। ਲਸ਼ਕਰ ਸਣੇ ਦਮਾਮਿਆਂ, ਛੁੱਟੇ ਬੰਕ ਦੁਆਰ। ਦਮਾਮੇ ਦਾ ਮਤਲਬ ਧੌਂਸੇ, ਬੰਕੇ ਦਾ ਮਤਲਬ ਸੁੰਦਰ, ਫੌਜਾਂ, ਧੌਂਸੇ ਔਰ ਸੋਹਣੇ ਘਰ। ਛੁੱਟੇ ਦਾ ਮਤਲਬ ਇੱਥੇ ਹੀ ਰਹਿ ਗਏ ਤੇ ਬੰਦਾ ਮਰ ਗਿਆ, ਯਾਨੀ ਬੰਦਾ ਮਰ ਜਾਂਦਾ ਤੇ ਬਾਕੀ ਦਾ ਸਾਰਾ ਕੁਝ ਇੱਥੇ ਦਾ ਇੱਥੇ ਹੀ ਰਹਿ ਜਾਂਦਾ। ਨਾਨਕ ਢੇਰੀ ਛਾਰ ਕੀ, ਭੀ ਫਿਰ ਹੋਈ ਛਾਰ। ਛਾਰ ਦਾ ਮਤਲਬ ਸਵਾ। ਇਹ ਸਰੀਰ ਪਹਿਲੇ ਮਿੱਟੀ ਸੀ ਤੇ ਫਿਰ ਮਿੱਟੀ ਹੋ ਗਈ। ਜਿਵੇਂ ਹੇ ਨਾਨਕ, ਇਹ ਸਰੀਰ ਜੋ ਮਿੱਟੀ ਦੀ ਮੁੱਠ ਸੀ, ਢੇਰੀ ਦਾ ਮਤਲਬ ਢੇਰੀ, ਮਿੱਟੀ ਦੀ ਮੁੱਠ, ਭੀ ਫਿਰ ਹੋਈ ਛਾਰ, ਤੇ ਮਿੱਟੀ ਤੋਂ ਬਣਿਆ, ਮਿੱਟੀ ਦੇ ਵਿੱਚ ਜਲ ਕੇ ਮਿੱਟੀ ਹੋ ਗਿਆ। ਮਿੱਟੀ ਦੀ ਪੁਤਲੀ ਸੀ, ਮਿੱਟੀ ਬਣ ਗਈ। ਪਹਿਲਾਂ ਇਹ ਸਰੀਰ ਮਿੱਟੀ ਸੀ, ਮਿੱਟੀ ਤੋਂ ਖੁਰਾਕ ਬਣਿਆ, ਖੁਰਾਕ ਤੋਂ ਇਹ ਖੂਨ ਬਣਿਆ, ਖੂਨ ਤੋਂ ਇਹ ਬਿੰਦ ਬਣਿਆ, ਬਿੰਦ ਤੋਂ ਮਾਸ ਦਾ ਲੋਥੜਾ, ਬੱਚਾ ਬਣ ਕੇ ਜਨਮਿਆ, ਜਵਾਨ ਹੋਇਆ, ਬੁੱਢਾ ਹੋਇਆ, ਮਰ ਗਿਆ, ਜਲਾ ਦਿੱਤਾ, ਦਫਨਾ ਦਿੱਤਾ। ਮਿੱਟੀ ਸੀ, ਮਿੱਟੀ ਵਿੱਚ ਮਿਲ ਗਿਆ। ਤਾਂ ਗੁਰੂ ਜੀ ਕਹਿੰਦੇ ਨੇ ਮਿੱਟੀ ਦੀ ਮੁੱਠ ਸੀ, ਇਹ ਮਿੱਟੀ ਦੇ ਵਿੱਚ ਹੀ ਮਿਲ ਗਿਆ। ਤਾਂ ਸਾਰੀ ਪੌੜੀ ਦਾ ਭਾਵ ਕਿ ਸਰੀਰਕ ਮੌਤ ਇੱਕ ਦਿਨ ਜ਼ਰੂਰ ਆਉਣੀ ਹੈ। ਇਹ ਸਰੀਰ ਮਿੱਟੀ ਦਾ, ਮਿੱਟੀ ਦੇ ਖਾਕ ਦੇ ਵਿੱਚ ਨੇ ਮਿਲ ਜਾਣਾ ਹੈ। ਇਸ ਲਈ ਜਦੋਂ ਤੱਕ ਇਹ ਜੀਵਨ ਹੈ, ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਸਮਾਂ ਮਿਲਿਆ ਹੈ, ਉਹਨੂੰ ਚੰਗੀ ਤਰ੍ਹਾਂ ਜੀਵੋ, ਉਹਦੇ ਵਿੱਚ ਜੀਵਨ ਨੂੰ ਮਾਣੋ, ਜੀਵਨ ਨੂੰ ਜੀਵੋ। ਜਿਉਂਦੇ ਹੋਏ ਨਾ ਮਰੇ ਰਹੋ ਈਰਖਾ ਦਵੇਸ਼ ਵਿੱਚ, ਆਤਮਕ ਮੌਤ ਨੂੰ ਨਾ ਸਹੇੜੋ। ਮਹਿਲਾ ਪਹਿਲਾ। ਨਾਨਕ ਢੇਰੀ ਟਹਿ ਪਈ, ਮਿੱਟੀ ਸੰਦਾ ਕੋਟ। ਕੋਟ ਦਾ ਮਤਲਬ ਕਿਲਾ, ਸੰਦਾ ਦਾ ਮਤਲਬ ਦਾ। ਹੇ ਨਾਨਕ, ਇਹ ਸਰੀਰ ਮਿੱਟੀ ਦੀ ਵਲਗਨ ਸੀ, ਸੋ ਆਖਰ ਮਿੱਟੀ ਦੀ ਇਹ ਉਸਾਰੀ ਢਹਿ ਪਈ। ਮਿੱਟੀ ਦਾ ਕਿਲਾ ਸੀ ਤੇ ਆਖਰ ਇਹ ਜਿਹੜਾ ਹੈ ਇਹ ਢਹਿ ਪਿਆ, ਖਤਮ ਹੋ ਗਿਆ। ਯਾਨੀ ਮਿੱਟੀ ਦਾ ਕਿਲਾ ਸੀ, ਇਹ ਢਹਿ ਪਿਆ, ਮਿੱਟੀ ਦੇ ਵਿੱਚ ਮਿਲ ਗਿਆ। ਮਤਲਬ ਕਿ ਇਸ ਸਰੀਰ ਨੇ ਇੱਕ ਦਿਨ ਖਤਮ ਹੋਣਾ ਹੀ ਹੋਣਾ ਹੈ। ਭੀਤਰ ਚੋਰ ਬਹਾਲਿਆ, ਖੋਟ ਵੇ ਜੀਆ ਖੋਟ। ਭੀਤਰ ਦਾ ਮਤਲਬ ਅੰਦਰ, ਖੋਟ ਦਾ ਮਤਲਬ ਖੋਟਾ ਕਰਮ, ਵੇ ਜੀਆ ਦਾ ਮਤਲਬ ਹੈ ਜਿੰਦੇ। ਕਿ ਹੈ ਜਿੰਦੇ, ਤੂੰ ਇਹ ਸਰੀਰ ਦੀ ਖਾਤਰ ਨਿਤ ਹੀ ਖੋਟ ਕਮਾਉਂਦੀ ਰਹੀ ਔਰ ਆਪਣੇ ਅੰਦਰ ਤੂੰ ਚੋਰ ਮਨ ਨੂੰ ਬਿਠਾਈ ਰੱਖਿਆ ਕਿ ਇਹ ਸਰੀਰ ਮਿੱਟੀ ਦਾ ਕਿਲਾ, ਮਿੱਟੀ ਦੇ ਵਿੱਚ ਇਹਨੇ ਮਿਲ ਜਾਣਾ ਹੈ, ਲੇਕਿਨ ਥੋੜੇ ਜੀਵਨ ਵਾਸਤੇ ਆਪਣੇ ਅੰਦਰ ਤੂੰ ਖੋਟ ਨੂੰ ਬਿਠਾਈ ਰੱਖਿਆ, ਝੂਠੇ ਮਨ ਨੂੰ ਬਿਠਾਈ ਰੱਖਿਆ। ਤਾਂ ਸਾਨੂੰ ਇੱਥੇ ਸਮਝਾਇਆ ਜਾ ਰਿਹਾ ਹੈ ਕਿ ਸਰੀਰ ਸਦਾ ਨਹੀਂ ਹੈ, ਤੇ ਜਦੋਂ ਸਰੀਰ ਸਦਾ ਨਹੀਂ ਹੈ ਤਾਂ ਫਿਰ